ਦੋਸਤੋ ਅੱਜ ਆਪਾਂ ਇੱਕ ਬਹੁਤ ਹੀ ਖਾਸ ਐਸੇ ਬਾਰੇ ਗੱਲ ਕਰਨ ਜਾ ਰਹੇ ਹਾਂ। ਇਸ ਐਸੇ ਦਾ ਟਾਈਟਲ ਹੈ ਟ੍ਰੈਡੀਸ਼ਨ ਐਂਡ ਇੰਡੀਵਿਜੂਅਲ ਟੈਲੈਂਟ। ਇਸ ਦੇ ਲੇਖਕ ਅਮਰੀਕਾ ਦੇ ਬਹੁਤ ਹੀ ਮਸ਼ਹੂਰ ਕਵੀ, ਨਾਟਕਕਾਰ, ਆਲੋਚਕ, ਥਿਅਰਿਸਟ, ਜਰਨਲਿਸਟ ਅਤੇ ਅਨੁਵਾਦਕ ਟੀ.ਐਸ. ਇਲੀਅਟ ਹਨ। ਇਹ ਐਸੇ ਸਭ ਤੋਂ ਪਹਿਲਾਂ 1919 ਈਸਵੀ ਵਿੱਚ ਦਾ ਈਗੋਇਸਟ ਨਾਮ ਦੀ ਮੈਗਜ਼ੀਨ ਵਿੱਚ ਸੀਰੀਅਲ ਵਾਈਜ਼ ਛਪਿਆ ਤੇ 1920 ਵਿੱਚ ਦ ਸੇਕਰੇਡ ਵੁੱਡ ਦੀ ਕਿਤਾਬ ਵਿੱਚ ਇਹ ਐਸੇ ਛਪਿਆ। ਤਾਂ ਇਹ ਐਸੇ 1920 ਵਿੱਚ ਦ ਸੇਕਰੇਡ ਵੁੱਡ ਨਾਮ ਦੀ ਕਿਤਾਬ ਵਿੱਚ ਛਪਦਾ ਹੈ। ਤਾਂ ਇਸ ਐਸੇ ਨੂੰ 100 ਸਾਲ ਪੂਰੇ ਹੋ ਚੁੱਕੇ ਨੇ ਔਰ ਦੁਨੀਆ ਵਿੱਚ ਬਹੁਤ ਥਾਵਾਂ ਤੇ ਇੰਡੀਆ ਵਿੱਚ ਵੀ ਕਈ ਥਾਵਾਂ ਤੇ ਇਸ ਐਸੇ ਦੇ 100 ਸਾਲ ਪੂਰਾ ਹੋਣ ਤੇ ਇਸ ਐਸੇ ਬਾਰੇ ਗੱਲਬਾਤ ਹੋ ਰਹੀ ਹੈ ਔਰ ਇਸ ਨੂੰ ਦੁਬਾਰਾ ਡਿਸਕਸ ਕੀਤਾ ਜਾ ਰਿਹਾ ਹੈ। ਇਸ ਐਸੇ ਨੂੰ ਉਸ ਤਰ੍ਹਾਂ ਨਾਲ ਦੇਖਿਆ ਜਾ ਸਕਦਾ ਹੈ ਜਿਵੇਂ ਆਪਾਂ ਵਰਡਸਵਰਥ ਦਾ ਪ੍ਰੀਫੇਸ ਟੂ ਲਿਰਿਕਲ ਬੈਲਡ ਨੂੰ ਦੇਖਦੇ ਹਾਂ ਕਿ ਪ੍ਰੀਫੇਸ ਟੂ ਲਿਰਿਕਲ ਬੈਲਡ ਨੇ ਰੋਮਾਂਟਿਕ ਕਵਿਤਾ ਅਤੇ ਰੋਮਾਂਟਿਕ ਆਲੋਚਨਾ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਕੀਤੀ। ਉਸੇ ਤਰ੍ਹਾਂ ਇਹ ਐਸੇ 20ਵੀਂ ਸਦੀ ਦੇ ਵਿੱਚ ਕਲਾਸੀਕਲ ਰਿਵਾਈਵਲ ਨੂੰ ਲੈ ਕੇ ਆਉਂਦਾ ਹੈ। ਔਰ ਜਦੋਂ ਇਸ ਐਸੇ ਦੇ ਵਿੱਚ ਟੀ.ਐਸ. ਇਲੀਅਟ ਲਿਖਦਾ ਹੈ ਕਿ ਪੋਇਟਰੀ ਇਜ਼ ਅ ਸਾਇੰਸ, ਤਾਂ ਇਸ ਤੋਂ ਮੰਨਿਆ ਜਾਂਦਾ ਹੈ ਕਿ ਇਹ ਇੱਕ ਆਧੁਨਿਕ ਯੁੱਗ ਦੀ ਮਾਡਰਨਿਜ਼ਮ ਦੀ ਸ਼ੁਰੂਆਤ ਹੁੰਦੀ ਹੈ। ਔਰ ਜਿਵੇਂ ਰੋਲਾਂ ਬਾਰਥ ਦੇ ਆਪਾਂ ਡੈਥ ਆਫ ਦਾ ਆਥਰ ਨੂੰ ਕਹਿੰਦੇ ਆ ਕਿ ਦਿਸ ਐਸੇ ਇਜ਼ ਦਾ ਐਂਡ ਆਫ ਮਾਡਰਨਿਜ਼ਮ, ਤਾਂ ਜਿਹੜਾ ਟ੍ਰੈਡੀਸ਼ਨ ਐਂਡ ਇੰਡੀਵਿਜੂਅਲ ਟੈਲੈਂਟ ਹੈ ਇਸ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਐਸੇ ਮਾਡਰਨਿਜ਼ਮ ਦੀ ਸ਼ੁਰੂਆਤ ਹੈ। ਔਰ ਇਸ ਐਸੇ ਨੂੰ ਟੀ.ਐਸ. ਇਲੀਅਟ ਦੀ ਕ੍ਰਿਟਿਸਿਜ਼ਮ ਦਾ ਅਨਅਫੀਸ਼ੀਅਲ ਮੈਨੀਫੈਸਟੋ ਵੀ ਕਿਹਾ ਜਾਂਦਾ ਹੈ ਕਿਉਂਕਿ ਉਸਦੇ ਆਉਣ ਵਾਲੇ ਅੱਗੇ ਲੇਖਾਂ ਵਿੱਚ ਤੇ ਅਗਲੀਆਂ ਜਿਹੜੀਆਂ ਉਸਦੀਆਂ ਕਿਤਾਬਾਂ ਨੇ ਉਸ ਦੇ ਵਿੱਚ ਇਸ ਐਸੇ ਦੇ ਵਿੱਚ ਜੋ ਸੰਕਲਪ ਦਿੱਤੇ ਗਏ ਨੇ ਉਹਨਾਂ ਦਾ ਵਿਸਤਾਰ ਹੁੰਦਾ ਹੈ। ਮਿਸਾਲ ਦੇ ਤੌਰ ਤੇ ਦ ਫੰਕਸ਼ਨ ਆਫ ਕ੍ਰਿਟਿਸਿਜ਼ਮ 1923 ਦੇ ਵਿੱਚ ਇੱਕ ਕਿਤਾਬ ਆਉਂਦੀ ਹੈ। ਦ ਯੂਜ਼ ਆਫ ਪੋਇਟਰੀ ਐਂਡ ਦ ਯੂਜ਼ ਆਫ ਕ੍ਰਿਟਿਸਿਜ਼ਮ 1933 ਦੇ ਵਿੱਚ ਆਉਂਦੀ ਹੈ। ਔਰ ਵਾਟ ਇਜ਼ ਕਲਾਸਿਕ 1945 ਦੇ ਵਿੱਚ ਆਉਂਦੀ ਹੈ। ਉਹ ਸਾਰੇ ਲੇਖਾਂ ਦੇ ਵਿੱਚ ਇਸ ਜਿਹੜਾ ਪਰੰਪਰਾ ਤੇ ਇੰਡੀਵਿਜੂਅਲ ਟੈਲੈਂਟ ਦੇ ਆਪਸੀ ਰਿਸ਼ਤਿਆਂ ਨੂੰ ਲੈ ਕੇ ਉਹ ਗੱਲ ਅੱਗੇ ਤੋਰਦਾ ਹੈ। ਔਰ ਇੱਕ ਟੀ.ਐਸ. ਇਲੀਅਟ ਦੇ ਬਾਰੇ ਇੱਕ ਖਾਸ ਗੱਲ ਹੋਰ ਹੈ ਕਿ ਉਹ ਇੰਡੀਅਨ ਫਿਲਾਸਫੀ ਤੋਂ ਬਹੁਤ ਪ੍ਰਭਾਵਿਤ ਸੀਗਾ ਔਰ ਖਾਸ ਕਰਕੇ ਉਹ ਭਗਵਤ ਗੀਤਾ ਬਾਰੇ ਇੱਕ ਜਗ੍ਹਾ ਤੇ ਲਿਖਦਾ ਹੈ ਕਿ ਭਗਵਤ ਗੀਤਾ ਜਿਹੜੇ ਇਟਾਲੀਅਨ ਪੋਇਟ ਸੀਗੇ ਡੈਂਟੇ, ਉਹਨਾਂ ਦੀ ਇੱਕ ਐਪਿਕ ਸੀਗਾ ਡਿਵਾਈਨ ਕਾਮੇਡੀ, ਉਸ ਤੋਂ ਬਾਅਦ ਦੂਸਰੀ ਫਿਲਾਸਫੀਕਲ ਇੱਕ ਕਵਿਤਾ ਉਸ ਨੂੰ ਮੰਨਦਾ ਹੈ। ਤਾਂ ਇਸ ਦੌਰ ਦੇ ਵਿੱਚ ਕਿਉਂਕਿ ਜਦੋਂ ਅਸੀਂ ਬਸਤੀਵਾਦੀ ਜਿਹੜੇ ਸਕਾਲਰ ਨੇ ਜਿਵੇਂ ਜੇਮਸ ਮਿਲ ਨੇ, ਮਕੌਲੇ ਨੇ, ਜਿਹੜੇ ਕਿ ਇੰਡੀਅਨ ਔਰ ਏਸ਼ੀਅਨ ਅਫਰੀਕਨ ਜਿਹੜੇ ਕਲਚਰ ਨੂੰ, ਸਿਵਲਾਈਜੇਸ਼ਨ ਨੂੰ ਔਰ ਫਿਲਾਸਫੀ ਨੂੰ ਬਿਲਕੁਲ ਨਿਗੇਟ ਕਰ ਦਿੰਦੇ ਨੇ, ਉਸ ਦੌਰ ਦੇ ਵਿੱਚ ਟੀ.ਐਸ. ਇਲੀਅਟ 1933 ਦੇ ਵਿੱਚ ਲਿਖਦਾ ਹੈ ਆਪਣੀ ਕਿਤਾਬ ਆਫਟਰ ਸਟ੍ਰੇਂਜ ਗॉड ਦੇ ਵਿੱਚ ਕਿ that the great philosopher of India make most of the great European philosophers look like school boys। ਤਾਂ ਉਹ ਕਹਿੰਦਾ ਕਿ ਜਿਹੜੇ ਹਿੰਦੁਸਤਾਨੀ ਫਿਲਾਸਫਰ ਨੇ ਉਹਨਾਂ ਦੇ ਸਾਹਮਣੇ ਜਿਹੜੇ ਪੱਛਮੀ ਫਿਲਾਸਫਰ ਨੇ ਉਹ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਸਕੂਲ ਜਾਂਦੇ ਹੋਏ ਬੱਚੇ ਹੋਣ। ਔਰ ਉਸ ਦੀ ਕਵਿਤਾ ਦ ਵੇਸਟਲੈਂਡ ਜਿਹੜੀ ਕਿ 1922 ਦੇ ਵਿੱਚ ਛਪਦੀ ਹੈ, ਉਸ ਦਾ ਐਂਡ ਜਿਹੜਾ ਹੁੰਦਾ ਦੱਤਾ, ਦਯਾਧਮ ਐਂਡ ਦਮਯਤਾ, ਉਹ ਵੀ ਇੱਕ ਸੰਸਕ੍ਰਿਤ ਦੇ ਸ਼ਲੋਕ ਦੇ ਨਾਲ, ਤਾਂ ਇਸ ਤੋਂ ਵੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਜਿਹੜਾ ਇੰਡੀਅਨ ਫਿਲਾਸਫੀ ਤੋਂ, ਬੁੱਧਿਸਟ ਫਿਲਾਸਫੀ ਤੋਂ ਔਰ ਈਸਟਰਨ ਫਿਲਾਸਫੀ ਤੋਂ ਪ੍ਰਭਾਵਿਤ ਸੀਗਾ। ਔਰ ਇਸ ਦੇ ਨਾਲ ਨਾਲ ਉਹ ਖੁਦ ਤਾਂ ਪ੍ਰਭਾਵਿਤ ਹੋਇਆ ਹੀ ਇੰਡੀਅਨ ਫਿਲਾਸਫੀ ਤੋਂ, ਬਟ ਉਸਨੇ ਜਿਹੜੇ ਇੰਡੀਅਨ ਰਾਈਟਰ ਸੀਗਾ, ਜਿਹੜਾ ਇੰਡੀਅਨ ਲਿਟਰੇਚਰ ਸੀਗਾ, ਉਸ ਨੂੰ ਵੀ ਪੂਰਾ ਪ੍ਰਭਾਵਿਤ ਕੀਤਾ। ਜਿਸ ਤਰ੍ਹਾਂ ਅਸੀਂ ਹਿੰਦੀ ਦੇ ਕਵੀ ਮੁਕਤੀ ਬੋਧ ਇੱਕ ਕਵਿਤਾ ਲਿਖਦਾ ਹੈ ਟੀ.ਐਸ. ਇਲੀਅਟ ਕੇ ਪ੍ਰਤੀ 1946 ਦੇ ਵਿੱਚ। ਔਰ ਇੱਕ ਹੋਰ ਅੱਗੇ ਦਾ ਨਾਵਲ ਹੈ ਸ਼ੇਖਰ ਇੱਕ ਜੀਵਨੀ, ਉਸ ਦੇ ਪ੍ਰੀਫੇਸ ਦੇ ਵਿੱਚ ਉਹ ਟੀ.ਐਸ. ਇਲੀਅਟ ਦਾ ਜ਼ਿਕਰ ਕਰਦਾ ਹੈ। ਤਾਂ ਇਸ ਤਰ੍ਹਾਂ ਨਾਲ ਟੀ.ਐਸ. ਇਲੀਅਟ ਤੋਂ ਵੀ ਜਿਹੜਾ ਇੰਡੀਅਨ ਲਿਟਰੇਚਰ ਸੀਗਾ ਉਹ ਬਹੁਤ ਪ੍ਰਭਾਵਿਤ ਸੀ। ਔਰ ਖਾਸ ਕਰ ਜਿਹੜਾ ਆਧੁਨਿਕ ਯੁੱਗ ਦੀ ਸ਼ੁਰੂਆਤ ਹੁੰਦੀ ਹੈ ਪੰਜਾਬੀ ਲਿਟਰੇਚਰ ਦੇ ਵਿੱਚ ਵੀ, ਹਿੰਦੀ ਲਿਟਰੇਚਰ ਦੇ ਵਿੱਚ ਵੀ ਤੇ ਦੂਸਰੇ ਇੰਡੀਅਨ ਲਿਟਰੇਚਰ ਦੇ ਵਿੱਚ,
ਉਸ ਦੇ ਵਿੱਚ ਟੀ.ਐਸ. ਇਲੀਅਟ ਦਾ ਪ੍ਰਭਾਵ ਸਾਫ਼ ਦੇਖਿਆ ਜਾ ਸਕਦਾ ਔਰ ਖਾਸ ਕਰ ਉਸ ਦੀ ਜਿਹੜੀ ਕਵਿਤਾ ਹੈ ਦ ਵੇਸਟਲੈਂਡ, ਉਹ ਬਹੁਤ ਮਸ਼ਹੂਰ ਹੈ। ਦੋਸਤੋ, ਆਪਾਂ ਇਸ ਸਾਰੀ ਗੱਲਬਾਤ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਦੇ ਹਾਂ। ਪਹਿਲੇ ਹਿੱਸੇ ਦੇ ਵਿੱਚ ਆਪਾਂ ਟੀ.ਐਸ. ਇਲੀਅਟ ਦੀ ਸਕਾਲਰਸ਼ਿਪ ਬਾਰੇ ਤੇ ਇਸ ਐਸੇ ਟ੍ਰੈਡੀਸ਼ਨ ਐਂਡ ਇੰਡੀਵਿਜੂਅਲ ਟੈਲੈਂਟ ਦੇ ਬੈਕਗ੍ਰਾਉਂਡ ਦੇ ਬਾਰੇ ਗੱਲਬਾਤ ਕਰਾਂਗੇ। ਦੂਜੇ ਹਿੱਸੇ ਦੇ ਬਾਰੇ ਆਪਾਂ ਡਾਇਰੈਕਟਲੀ ਅੰਗੇਜ ਕਰਾਂਗੇ ਐਸੇ ਨਾਲ। ਔਰ ਟੀ.ਐਸ. ਇਲੀਅਟ 1910 ਦੇ ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਐਮ.ਏ. ਇੰਗਲਿਸ਼ ਕਰਦਾ ਹੈ, ਲੇਕਿਨ ਇਸ ਤੋਂ ਬਾਅਦ ਉਸ ਦਾ ਰੁਝਾਨ ਹੈ ਜਿਹੜਾ ਲਿਟਰੇਚਰ ਨਾਲੋਂ ਜ਼ਿਆਦਾ ਫਿਲਾਸਫੀ 'ਚ ਹੋ ਜਾਂਦਾ ਹੈ ਤੇ ਉਹ ਪੀ.ਐਚ.ਡੀ ਜਿਹੜੀ ਕਰਦਾ ਫਿਲਾਸਫੀ ਵਿਸ਼ੇ ਦੇ ਵਿੱਚ ਕਰਦਾ ਹੈ। ਔਰ ਇਸੇ ਦੌਰਾਨ ਉਹ ਸੰਸਕ੍ਰਿਤ ਭਾਸ਼ਾ ਨਾਲ, ਬੁੱਧਿਸਟ ਤੇ ਈਸਟਰਨ ਫਿਲਾਸਫੀ ਨਾਲ ਵੀ ਬਹੁਤ ਚੰਗੀ ਤਰ੍ਹਾਂ ਜੁੜ ਜਾਂਦਾ ਹੈ ਔਰ ਉਸ ਦੀਆਂ ਕਵਿਤਾਵਾਂ ਵਿੱਚ ਇਹ ਚੀਜ਼ ਖਾਸ ਦੇਖੀ ਜਾ ਸਕਦੀ ਹੈ। ਮਿਸਾਲ ਦੇ ਤੌਰ ਤੇ ਦ ਵੇਸਟਲੈਂਡ ਜਿਹੜੀ 1922 ਦੇ ਵਿੱਚ ਛਪਦੀ ਹੈ, ਉਸ ਦੀ ਸ਼ੁਰੂਆਤੀ ਲਾਈਨ ਹੀ ਹੈ ਅਪ੍ਰੈਲ ਇਜ਼ ਦ ਕਰੂਲੈਸਟ ਮੰਥ, ਕਿ ਅਪ੍ਰੈਲ ਹੈ ਜਿਹੜਾ ਸਭ ਤੋਂ ਜ਼ਿਆਦਾ ਕਰੂਅਲ ਮੰਥ ਹੈ। ਔਰ ਉਸ ਦੀ ਬਹੁਤ ਮਸ਼ਹੂਰ ਪੋਇਮ ਹੈ ਦ ਲਵ ਸੌਂਗਸ ਆਫ ਜੇ ਐਲਫਰਡ ਪ੍ਰੋਫਰੋਕ, ਔਰ ਉਸ ਦਾ ਇੱਕ ਨਾਟਕ ਹੈ ਮਰਡਰ ਇਨ ਦ ਕੈਥੇਡਰਲ। ਇਸ ਨਾਟਕ ਦੀ ਖਾਸੀਅਤ ਹੈ ਕਿ ਇਹ ਨਾਟਕ ਵਰਸ ਦੇ ਵਿੱਚ ਹੈ, ਪੋਇਟਰੀ ਫਾਰਮ ਦੇ ਵਿੱਚ ਹੈ, ਜਿਹੜੀ ਕਿ ਦੁਬਾਰਾ ਰਿਵਾਈਵਲ ਸੀ, ਨਵੀਂ ਸ਼ੁਰੂਆਤ ਸੀ ਇੱਕ ਇਸ ਤਰ੍ਹਾਂ ਦੇ ਨਾਟਕ ਲਿਖਣ ਦੀ। ਔਰ ਉਹ ਕਈ ਸੰਕਲਪ ਦਿੰਦਾ ਹੈ ਆਪਣੇ ਲੇਖਾਂ ਵਿੱਚ, ਆਲੋਚਨਾਤਮਕ ਲੇਖਾਂ ਦੇ ਵਿੱਚ, ਜਿਵੇਂ ਇੰਪਰਸਨਲ ਥਿਊਰੀ ਆਫ ਪੋਇਟਰੀ, ਜਿਹੜਾ ਕਿ ਆਪਾਂ ਇਸ ਐਸੇ ਟ੍ਰੈਡੀਸ਼ਨ ਐਂਡ ਇੰਡੀਵਿਜੂਅਲ ਟੈਲੈਂਟ ਦੇ ਵਿੱਚ ਡਿਸਕਸ ਕਰਾਂਗੇ। ਇੱਕ ਉਹ ਸੰਕਲਪ ਦਿੰਦਾ ਡਿਸੋਸੀਏਸ਼ਨ ਆਫ ਸੈਂਸਿਬਿਲਿਟੀ, ਜਿਹੜਾ ਕਿ ਉਸਦਾ ਐਸੇ ਮੈਟਾਫਿਜ਼ੀਕਲ ਪੋਇਟਸ ਹੈ ਉਸ ਦੇ ਵਿੱਚ। ਆਬਜੈਕਟਿਵ ਕੋਰਿਲੇਟਿਵ ਉਸਦਾ ਇੱਕ ਹੋਰ ਐਸੇ ਹੈ ਹੈਮਲੇਟ ਐਂਡ ਹਿਜ਼ ਪ੍ਰੋਬਲਮ, ਉਸ ਦੇ ਵਿੱਚ ਇਹ ਸੰਕਲਪ ਪੇਸ਼ ਕਰਦਾ ਹੈ। ਔਰ ਇਹ ਸਾਰੀਆਂ ਚੀਜ਼ਾਂ ਦੇ ਨਾਲ ਉਹ ਲੇਖਕ ਹੋਣ ਦੇ ਨਾਲ, ਕਵੀ ਹੋਣ ਦੇ ਨਾਲ, ਔਰ ਇੱਕ ਉਹ ਖਾਸ ਕਰ ਟਰਾਂਸਲੇਟਰ ਵੀ ਹੈ। ਉਹ ਬਹੁਤ ਸਾਰੀਆਂ ਕਵਿਤਾਵਾਂ ਫ੍ਰੈਂਚ ਲੈਂਗੁਏਜ ਤੋਂ ਲੈ ਕੇ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰਦਾ ਹੈ। ਔਰ ਉਸਦਾ ਉਦੇਸ਼ ਸੀਗਾ ਕਿ ਜਿਹੜੇ ਪਾਠਕ ਨੇ ਉਹਨਾਂ ਦਾ ਸਮਝਣ ਦਾ ਤਰੀਕਾ ਜਾਂ ਕੰਟੈਕਸਟ ਹੈ ਉਹ ਇੰਟਰਨੈਸ਼ਨਲ ਹੋਣਾ ਚਾਹੀਦਾ। ਉਹ ਇਸ ਮਕਸਦ ਨਾਲ ਇਹ ਚੀਜ਼ਾਂ ਨੂੰ ਅਨੁਵਾਦ ਕਰਦਾ ਹੈ। ਔਰ ਉਸਨੇ ਉਸ ਟਾਈਮ ਦੀਆਂ ਦੋ ਜਿਹੜੀਆਂ ਆਲੋਚਨਾ ਸਿਧਾਂਤ ਚੱਲ ਰਹੇ ਸੀਗੇ, ਪ੍ਰੈਕਟੀਕਲ ਕ੍ਰਿਟਿਸਿਜ਼ਮ ਤੇ ਨਿਊ ਅਮਰੀਕਨ ਕ੍ਰਿਟਿਸਿਜ਼ਮ, ਇਹਨਾਂ ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪਾਇਆ। ਔਰ ਖਾਸ ਕਰ ਜਿਹੜਾ ਪ੍ਰੈਕਟੀਕਲ ਕ੍ਰਿਟਿਸਿਜ਼ਮ ਸੀਗਾ ਉਸ ਦੇ ਬਾਨੀ ਸੀਗੇ ਆਈ.ਏ. ਰਿਚਰਡਸ, ਔਰ ਉਹਨਾਂ ਦੀ ਕਿਤਾਬ ਪ੍ਰੈਕਟੀਕਲ ਕ੍ਰਿਟਿਸਿਜ਼ਮ, F.R. ਲਿਵਿਸ, ਔਰ ਜਿਹੜੇ ਅਮਰੀਕਨ ਨਿਊ ਕ੍ਰਿਟਿਕ ਸੀਗੇ ਜੌਨ ਕਰੋ ਰੈਂਸਮ, ਉਸ ਦੀ ਕਿਤਾਬ ਸੀਗੀ ਦ ਨਿਊ ਕ੍ਰਿਟਿਸਿਜ਼ਮ। ਉਸ ਦੇ ਵਿੱਚ ਉਹ ਜਿਹੜਾ ਟੀ.ਐਸ. ਇਲੀਅਟ ਦਾ ਪ੍ਰਭਾਵ ਸਾਫ਼ ਦੇਖਿਆ ਜਾ ਸਕਦਾ ਹੈ। ਔਰ ਇਸ ਤੋਂ ਬਾਅਦ ਇੱਕ ਅਮਰੀਕਨ ਆਲੋਚਕ ਹੋਏ ਨੇ ਹੈਰੋਲਡ ਬਲੂਮ, ਜਿਨ੍ਹਾਂ ਨੇ ਕਿ ਐਂਗਜ਼ਾਇਟੀ ਆਫ ਇਨਫਲੂਐਂਸ ਦਾ ਸਿਧਾਂਤ ਦਿੱਤਾ। ਉਸ ਦੇ ਵਿੱਚ ਵੀ ਜਿਹੜਾ ਟੀ.ਐਸ. ਇਲੀਅਟ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਟੀ.ਐਸ. ਇਲੀਅਟ ਨੇ ਐਜ਼ਰਾ ਪਾਉਂਡ ਦੇ ਨਾਲ ਕਾਫੀ ਕੰਮ ਕੀਤਾ ਔਰ ਐਜ਼ਰਾ ਪਾਉਂਡ ਦਾ ਪ੍ਰਭਾਵ ਟੀ.ਐਸ. ਇਲੀਅਟ ਤੇ ਵੀ ਦੇਖਿਆ ਜਾ ਸਕਦਾ ਹੈ ਔਰ ਟੀ.ਐਸ. ਇਲੀਅਟ ਦਾ ਪ੍ਰਭਾਵ ਐਜ਼ਰਾ ਪਾਉਂਡ ਤੇ ਵੀ ਦੇਖਿਆ ਜਾ ਸਕਦਾ ਹੈ। ਔਰ ਦੋਨੋਂ ਹੀ ਜਿਹੜੇ ਐਜ਼ਰਾ ਪਾਉਂਡ ਔਰ ਟੀ.ਐਸ. ਇਲੀਅਟ ਦੋਨੋਂ ਹੀ ਪੂਰੇ ਪੁਰਾਣੀਆਂ ਕਲਾਸੀਕਲ ਪੀਰੀਅਡਸ ਹਿਸਟਰੀ ਦੇ ਵਿੱਚ ਉਹਨਾਂ ਦਾ ਬਹੁਤ ਇੰਟਰਸਟ ਸੀਗਾ। ਔਰ ਖਾਸ ਕਰ ਜਿਹੜਾ ਐਜ਼ਰਾ ਪਾਉਂਡ ਦਾ ਸਲੋਗਨ ਹੈ ਮੇਕ ਇਟ ਨਿਊ, ਤਾਂ ਉਹ ਜੋ ਪਰੰਪਰਾ ਨੂੰ ਇੱਕ ਨਵੇਂ ਤਰੀਕੇ ਨਾਲ ਦੇਖਣਾ ਜਾਂ ਪ੍ਰੈਜ਼ੈਂਟ ਦੇ ਤਰੀਕੇ ਨਾਲ ਦੇਖਣਾ, ਉਸ ਦੇ ਬਾਰੇ ਜਿਹੜੇ ਟੀ.ਐਸ. ਇਲੀਅਟ ਦੇ ਵੀ ਇਸ ਤਰ੍ਹਾਂ ਦੇ ਉਹ ਸੰਕਲਪ ਹੋਰ ਜ਼ਿਆਦਾ ਮੈਚੁਰਿਟੀ ਨਾਲ ਪੇਸ਼ ਕਰਦਾ ਹੈ। ਔਰ ਇੱਥੋਂ ਤੱਕ ਵੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਡੈਰੀਦਾ ਡੀਕਨਸਟਰਕਸ਼ਨ ਦਾ ਸਿਧਾਂਤ ਦਿੰਦਾ ਹੈ, ਉਸ ਦੀ ਸ਼ੁਰੂਆਤ ਜਾਂ ਉਸ ਦੇ ਲੀਡਸ ਕਿਤੇ ਨਾ ਕਿਤੇ ਆਪਾਂ ਟੀ.ਐਸ. ਇਲੀਅਟ ਦੇ ਇਸ ਐਸੇ ਟ੍ਰੈਡੀਸ਼ਨ ਐਂਡ ਇੰਡੀਵਿਜੂਅਲ ਟੈਲੈਂਟ ਤੋਂ ਦੇ ਵਿੱਚ ਦੇਖ ਸਕਦੇ ਹਾਂ। ਔਰ ਟੀ.ਐਸ. ਇਲੀਅਟ ਨੂੰ ਨੋਬੈਲ ਪ੍ਰਾਈਜ਼ ਮਿਲਦਾ ਲਿਟਰੇਚਰ ਦੇ ਵਿੱਚ 1948 ਦੇ ਵਿੱਚ। ਤੇ ਹੋਰ ਜ਼ਿਆਦਾ ਆਪਾਂ ਇਸ ਦੇ ਬਾਰੇ ਟੀ.ਐਸ. ਇਲੀਅਟ ਬਾਰੇ ਮੇਰੇ ਖਿਆਲ ਗੱਲ ਨਹੀਂ ਕਰਾਂਗੇ, ਕਿਉਂਕਿ ਡਾਕਟਰ ਸੁਰਜੀਤ ਨੇ ਆਪਣੇ ਲੈਕਚਰ ਦੇ ਵਿੱਚ ਟੀ.ਐਸ. ਇਲੀਅਟ ਦੇ ਬਹੁਤ ਵਿਸਤਾਰ ਨਾਲ ਬਹੁਤ ਚੰਗੀ ਤਰ੍ਹਾਂ ਜਿਹੜਾ ਸਮਝਾ ਦਿੱਤਾ ਹੈ। ਤਾਂ ਹੁਣ ਆਪਾਂ ਬੈਕਗਰਾਉਂਡ ਆਫ ਦਾ ਐਸੇ ਦੀ ਗੱਲ ਕਰਾਂਗੇ। ਔਰ ਜਿਹੜਾ ਕਿਉਂਕਿ ਜਦੋਂ ਵੀ ਆਪਾਂ ਟ੍ਰੈਡੀਸ਼ਨ ਦੀ ਗੱਲ ਹੁੰਦੀ ਹੈ ਤਾਂ ਇੱਕ ਇਹੀ ਵਿਚਾਰ ਸਾਹਮਣੇ ਆਉਂਦਾ ਹੈ ਕਿ
ट्रेडिशन तो एक बहुत पुरानी चीज है, इट इज इररेलेवेंट, और ये तो एक लंघी हुई चीज होगी, इसके बारे कोई गल करना भी नहीं कोई ठीक हैगा, और इसनों बैकवर्ड समझ लिया जाता है और कंजरवेटिव तरीके नाल, और कई लोग कह देंगे कि एलीटिस्ट तरीका है पास्ट दे विच देखना। और क्योंकि वो खुद टी.एस. एलियट लिखदा सीगा कि आई एम क्लासिसिस्ट इन लिटरेचर, रॉयलिस्ट इन पॉलिटिक्स एंड एंग्लो कैथोलिक इन रिलीजन। तो इस हवाले नाल भी उस एसे नूं कई बार उसकी आलोचना की जाती है कि ये एसे जिहड़ा कि एक ट्रेडिशन की गल करता है जो कि लंघी हुई चीज होंदी है। लेकिन सब तो ज्यादा प्रभाव उसका उस टी.एस. एलियट ते पिया उसके PhD एसे का, जो वो MA अंग्रेजी करन तो बाद फिलोसफी दे विच PhD करता है, तो उसका विषय हुंदा है एक्सपीरियंस एंड ऑब्जेक्ट्स ऑफ नॉलेज इन द फिलोसफी ऑफ ब्रिटिश फिलोसफर F.H. ब्रैडले। 1916 दे विच वो अपनी PhD खत्म करता है। और जिहड़ा F.H. ब्रैडले सीगा वो बरतानवी आइडलिस्ट सीगा, फिलोसफर सीगा, और वो हमेशा जिहड़ा कहंदा सी कि पास्ट ते फ्यूचर दे विचों तुसीं प्रेजेंट नूं नहीं कढ सकदे। तो यही चीज का प्रभाव आपां जिहड़ा इस एसे दे विच भी देख सकते हैं। दूसरे उस तो पहला टी.एस. एलियट तो पहला एक टॉमस कार्लाइल होए ने, वो एक ऐसे लिखते हैं 1840 ईस्वी दे विच, द हीरो एज पोएट। तो उस विच भी वो पास्ट ते प्रेजेंट दे आपसी रिश्तियां की गल करते हैं। और विक्टोरियन क्रिटिक मैथ्यू अर्नोल्ड जिहड़े वो खुद भी ट्रेडिशन की गल करते हैं, लेकिन टी.एस. एलियट उस दे दिते ट्रेडिशन बारे जो नुकते है उन्हां नाल सहमत नहीं हुंदा। वो कहता कि जो एक तो यह जिहड़ा पोएट दियां फीलिंग्स नाल बहुत जिहड़ा फोकस करता है, रादर द फोकस शुड बी अपॉन पोएट्री। मैथ्यू अर्नोल्ड दा संबंध जिहड़ा फोकस है वो पोएट्री नहीं हुंदा, रादर पोएट हुंदा है, वो इस चीज नूं निगेट करता है। ते दूसरा वो कहता कि जदों यह ट्रेडिशन की गल करता तो ट्रेडिशन तो मैथ्यू अर्नोल्ड का जिहड़ा भाव हुंदा है सिर्फ एक एज, और खासकर वो भी ग्रीक एज, यूनानी युग की वो गल करता। तो वो इस करके कहता कि इस तरह नाल आपां ट्रेडिशन नूं नहीं देख सकते। होर उसदे एक समकाली जेम्स जॉयस नॉवलिस्ट हुए ने, उन्होंने एक बहुत ही मशहूर नॉवल है ए पोर्ट्रेट ऑफ द आर्टिस्ट एज ए यंग मैन, जिहड़ा कि 1916 दे विच छपदा है, और ये उससे मैगजीन दे विच छपदा है जिस दे विच ये एसे पहली बार छपदा है, ट्रेडिशन एंड इंडिविजुअल टैलेंट। और उस एसे दे विच, उस नॉवल दे विच वो कहना है कि द आर्टिस्ट लाइक द गॉड ऑफ द क्रिएशन रिमेन्स विदिन or behind or beyond or above his handiwork, invisible, refined, out of existence, indifferent। तो इत्थे वो जिहड़ा राइटर दा ते जिहड़ा उसकी लिखत है उसके आपसी एक गैप की गल करता है, जिहड़ा कि बाद दे विच वो ट्रेडिशन एंड इंडिविजुअल टैलेंट एसे दे विच भी करता है। और ट्रेडिशन एंड इंडिविजुअल टैलेंट मैं विद्यार्थी दोस्तों खासकर यह सुजैसट करूँगा, रिक्वेस्ट करूँगा कि वो इस एसे नूं मूल रूप में पढ़ सकते हैं। ये एसे बहुत ही छोटा 5-6 पेजां का और बहुत ही एक सौखी भाषा दे विच अंग्रेजी दे विच भी लिखिया होया है। और ये एसे दे विच वो पास्ट ते प्रेजेंट की गल करता है कि किस तरह पास्ट ते प्रेजेंट दोनों अलग अलग फिनोमेना नहीं हैगा, जां इतिहास ते अतीत दोनों दो अलग अलग चीज़ां ने। जो असीं अतीत की गल करते हैं मतलब पास्ट, ते जो हिस्टरी की गल करते हैं मतलब जो तुसीं पास्ट नूं वर्तमान के नज़रिए नाल देखते हो, तो इस तरीके नाल वो गल करता है। इस तरह जॉर्ज ऑरवेल एक बहुत ही मशहूर नॉवलिस्ट हुए ने, वो अपने नॉवल 1984 दे विच लिखते हैं कि जो हु कंट्रोल द पास्ट controls the future, who controls the present control the past। कि जो पास्ट नू कंट्रोल करता है वही फ्यूचर नू कंट्रोल करता है, और जो प्रेजेंट नू कंट्रोल करता है वही पास्ट नू कंट्रोल करता है। तो कहने का भाव है कि पास्ट प्रेजेंट फ्यूचर तिन्ना नू अड अड करके नहीं देखा जा सकता, रादर ये तिन्ने एक किस्म नाल जुड़े हुए फिनोमेनाज ने। तब चाहे इस एसे दे विच
ਜਿਹੜਾ ट्रेडिशन की गल है, इंडिविजुअल टैलेंट की गल है, पोइटिक प्रोसैस की गल है, ओरिजिनैलिटी सबजैक्टिविटी की गल है, डीपर्सनलाइजेशन की गल है। लेकिन इस ऐसे दा जिहड़ा रिलेशन है आपां हिस्टरी नाल, फिलोसफी नाल, एपिस्टमोलॉजी नाल, कॉग्निशन नाल ते एस्थेटिक्स थेरी अते आर्टिस्टिक क्रिएटिविटी नाल भी देख सकते हैं। इस ऐसे दे विच ट्रेडिशन ते ओरिजिनैलिटी दे आपसी रिश्ते रादर आपसी सुमेल की गल की है। और इस ऐसे नूं टी.एस. एलियट ने 3 हिस्सों के विच वंडिया है। पहले हिस्से दे विच कंसैप्ट ऑफ ट्रेडिशन की गल करते हैं, दूसरे हिस्से दे विच थ्योरी ऑफ इम्परसनैलिटी की गल करते हैं, ते तीसरा बहुत छोटा पार्ट है जिहड़ा ਉਹਦੇ ਵਿੱਚ ਉਹ ਸਾਰਾ ਆਪਣੇ ਆਰਗੂਮੈਂਟ ਨੂੰ ਸਮ ਅਪ ਕਰਦੇ ਨੇ। ਤਾਂ ਉਹ ਐਸੇ ਦੀ ਸ਼ੁਰੂਆਤ ਕਰਦੇ ਨੇ। ਮੈਂ ਟੈਕਸਟ ਨੂੰ ਕੋਟ ਕਰਦਾ। English writing, we seldom speak of tradition, though we occasionally refer its name in deploring its absence. We cannot refer to the tradition or to a tradition at most. We employ the adjective in saying that the poetry of so and so is traditional or even too traditional. Seldom, perhaps, does the word appear except in a phrase of censor. ਤਾਂ ਇੱਥੇ ਟੀ.ਐਸ. ਐਲੀਅਟ ਕਹਿੰਦਾ ਕਿ ਇੰਗਲਿਸ਼ ਰਾਈਟਿੰਗ ਦੇ ਵਿੱਚ ਟ੍ਰੈਡੀਸ਼ਨ ਦੀ ਐਜ਼ ਅ ਨਾਊਨ ਗੱਲ ਨਹੀਂ ਹੁੰਦੀ, ਰਾਦਰ ਉਸ ਨੂੰ ਐਜ਼ ਐਨ ਐਡਜੈਕਟਿਵ ਯੂਜ਼ ਕੀਤਾ ਜਾਂਦਾ ਕਿ ਉਸ ਦੀ ਪੋਇਟਰੀ ਬਹੁਤ ਟ੍ਰੈਡੀਸ਼ਨਲ ਹੈ, ਉਸ ਦੀ ਪੋਇਟਰੀ ਦੇ ਵਿੱਚ ਬਹੁਤ ਟ੍ਰੈਡੀਸ਼ਨਲ ਐਲੀਮੈਂਟ ਮਿਲਦੇ ਨੇ, ਪਰ ट्रेडिशन की गल नहीं होंगी। जे इस गल को समझना हो, जिवें आपां आम देख लैंदे कि अपने साहित्य दे विच जां अपने आम बोलचाल की भाषा दे विच अजकल रेवोल्यूशन शब्द तो वरत्या जाता पर वो लेकिन एज एन एडजैक्टिव वरत्या जाता। आपां कह दिंदे कि रेवोल्यूशनरी आइडियाज ने, उस बंदे दे रेवोल्यूशनरी कम ने, बट रेवोल्यूशन एज एन नाउन नहीं उसनूं यूज किया जाता। तो इत्थे इसे तरह टी.एस. एलियट कह रहा है कि ट्रेडिशन एज एन एडजैक्टिव तो यूज होंदा है पर एज ए नाउन नहीं यूज हो रहा। और इत्थे वो कह रहा है कि जिहड़ी आर्ट हैगी है उसनूं आपां वैक्यूम दे विच नहीं समझ सकते। ਇਹਦਾ मतलब जिहड़ी आर्ट है, क्रिएटिव आर्ट है, उसका किते ना किते ट्रेडिशन नाल संबंध है और उसका हरेक आर्ट का एक कॉन्टैक्सट हुंदा है। और इस कॉन्टैक्सट दे रिलेशन विच ही असी उस जिहड़ी राइटिंग है, पोइट्री है, उसनूं चंगा जां माड़ा कह सकते हैं। और फिर वो गल करदा है कि जदों असी ट्रेडिशन नूं छड्ड के इंडिविजुअल टैलेंट की गल करते हैं जां इंडिविजुअल परसनैलिटी ऑफ द पोएट की गल करते हैं, तो ये कहना कि इमैच्योर माइंड की गल होगी, वो इमैच्योर क्रिटिक का काम होगा जे वो इंडिविजुअल टैलेंट जां इंडिविजुअल सबजैक्टिविटी ते ज़्यादा जोर देगा। वो कहता कि हमेशा जिहड़े क्रिटिकल माइंड लोग हुंदे ने वो इस चीज़ ते ज़्यादा फोकस दिंदे ने कि इस राइटिंग दे विच जां इस राइटर दे उत्ते जिहड़े पास्ट दे राइटर्स ने जां पास्ट दीयां राइटिंग्स ने उसका कितना प्रभाव है। अगे वो लिखदा है, whereas if we approach a poet without this prejudice, we shall often find that not only the best but the most individual part of his work may be those in which the dead poets, his ancestors, assert their immortality most vigorously. And I do not mean impressionable period of adolescence but the period of full maturity. उत्थे वो पोएट की गल करता है कि एक तो पोएट की पूरी मैच्योरिटी वाला फेज होंदा है, एक पोएट का जिहड़ा एडोलसेंट शुरुआती दौर होंदा है। कहता जिथे भी आपां मैच्योर पोएट की गल करांगे तो आपां देखांगे कि वो ज़्यादातर पास्ट दे जिहड़ियां राइटर्स ने या पास्ट दीयां लिखतां ने उन्हां तो ज़्यादा प्रभावित होंदा है और वो जिहड़ा वैल्यू करदा है जिहड़ी उसकी ट्रेडिशन होंदी है और ट्रेडिशन दे महत्व नूं वो समझदा है। इन ए ब्लाइंड और टिमिड अडेरेंस टू इट्स सक्सेसर्स ट्रेडिशन शुड पॉजिटिवली बी डिस्करेज्ड। लेकिन इत्थे ही वो एक गल कह रहा है कि जिहड़ा जदों असीं ट्रेडिशन की गल करते हैं पर ट्रेडिशन नूं ब्लाइंडली फॉलो कर लेना ये भी कहना एक ठीक गल नहीं हैगी।
ਮਤਲਬ ਜੇ ਉਹ ਜੋ ਉਸਦੇ ਪ੍ਰੀਵੀਅਸ ਜਨਰੇਸ਼ਨ ਨੇ ਜੋ ਉਸਦੀ ਪਰੰਪਰਾ ਦੇ ਵਿੱਚ ਪਿਆ ਉਸੇ ਨੂੰ ਇੱਕ ਸੈਲਵਿਸ਼ਲੀ ਤਰੀਕੇ ਨਾਲ ਉਸਦੀ ਨਕਲ ਕਰੂਗਾ ਤਾਂ ਉਸਦੀ ਫਿਰ ਇੱਕ ਰੈਪੀਟੇਸ਼ਨ ਹੋਊਗੀ, ਨੋਵੈਲਿਟੀ ਜਾਂਦੀ ਹੋਊਗੀ। ਤਾਂ ਟੀ.ਐਸ. ਏਲੀਅਟ ਆਪਣੇ ਐਸੇ ਵਿੱਚ ਲਿਖਦਾ ਕਿ ਨੋਵੈਲਿਟੀ ਇਜ਼ ਬੈਟਰ ਦੈਨ ਰੈਪੀਟੇਸ਼ਨ। ਤਾਂ ਉਹ ਖਿਲਾਫ ਸੀਗਾ ਜਿਹੜਾ ਪੈਸਿਵ ਰੈਪੀਟੇਸ਼ਨ ਦੇ, ਔਰ ਉਹ ਕਹਿੰਦਾ ਸੀ ਕਿ ਪੈਸਿਵ ਰੈਪੀਟੇਸ਼ਨ ਨਹੀਂ ਹੋਣੀ ਚਾਹੀਦੀ। Tradition is a matter of much wider significance. It cannot be inherited, and if you want it, you must obtain it by great labor. ਪਰ ਉਹ ਕਹਿੰਦਾ ਵੀ ਟ੍ਰੈਡੀਸ਼ਨ ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਕਿ ਤੁਸੀਂ ਅਵਚੇਤਨ ਰਾਹੀਂ ਹਾਸਲ ਕਰ ਲੈਂਦੇ ਹੋ ਜਾਂ ਤੁਹਾਡੇ ਕੋਲੇ ਆਪਣੇ ਆਪ ਪਹੁੰਚ ਜਾਂਦੀ ਹੈ, ਬਟ ਯੂ ਕੈਨ ਓਬਟੇਨ ਇਟ ਬਾਈ ਗ੍ਰੇਟ ਲੇਬਰ। ਸਖਤ ਮਿਹਨਤ ਦੀ ਜ਼ਰੂਰਤ ਪੈਂਦੀ ਹੈ ਤਾਂ ਹੀ ਤੁਸੀਂ ਜਿਹੜਾ ਇਸ ਟ੍ਰੈਡੀਸ਼ਨ ਨੂੰ ਹਾਸਲ ਕਰ ਸਕਦੇ ਹੋ, ਟ੍ਰੈਡੀਸ਼ਨ ਬਾਰੇ ਗਿਆਨ ਹਾਸਲ ਕਰ ਸਕਦੇ ਹੋ। ਮਿਹਨਤ ਤੋਂ ਜੋ ਜੇ ਤੁਸੀਂ ਪਾਸਟ ਰਾਈਟਰਸ ਬਾਰੇ ਚੰਗੀ ਤਰ੍ਹਾਂ ਜਾਣੋਗੇ, ਉਸਦੇ ਉਹਨਾਂ ਤੇ ਸਖਤ ਮਿਹਨਤ ਕਰੋਗੇ, ਫਿਰ ਹੀ ਤੁਸੀਂ ਉਸ ਨੂੰ ਟ੍ਰੈਡੀਸ਼ਨ ਨੂੰ ਸਮਝ ਸਕਦੇ ਹੋ। ਫਿਰ ਅੱਗੇ ਉਹ ਲਿਖਦਾ ਹੈ ਕਿ ਇਟ ਇਨਵੋਲਵਸ ਇਨ ਫਸਟ ਪਲੇਸ ਦ ਹਿਸਟੋਰੀਕਲ ਸੈਂਸ, ਔਰ ਐਂਡ ਦ ਹਿਸਟੋਰੀਕਲ ਸੈਂਸ ਇਨਵੋਲਵਸ ਏ ਪਰਸੈਪਸ਼ਨ। ਇੱਥੇ ਕੋਈ ਬਹੁਤ ਹੀ ਖਾਸ ਪੁਆਇੰਟ ਬਾਰੇ ਇਸ਼ਾਰਾ ਕਰਦਾ ਹੈ ਕਿ ਟ੍ਰੈਡੀਸ਼ਨ ਨੂੰ ਤਾਂ ਹੀ ਸਮਝਿਆ ਜਾ ਸਕਦਾ ਹੈ ਜੇ ਤੁਹਾਡੇ ਕੋਲੇ ਹਿਸਟੋਰੀਕਲ ਸੈਂਸ ਹੈ। ਵਿਦਆਊਟ ਹਿਸਟੋਰੀਕਲ ਸੈਂਸ ਤੁਸੀਂ ਜਿਹੜਾ ਟ੍ਰੈਡੀਸ਼ਨ ਨੂੰ ਨਹੀਂ ਸਮਝ ਸਕਦੇ। ਫਿਰ ਅੱਗੇ ਉਹ ਦੱਸਦਾ ਕਿ ਟ੍ਰੈਡੀਸ਼ਨ ਤੋਂ ਉਸਦਾ ਕੀ ਭਾਵ ਹੈ, ਨਾਟ ਓਨਲੀ ਆਫ ਦ ਪਾਸਟਨੈਸ ਆਫ ਦ ਪਾਸਟ ਬਟ ਆਫ ਇਟਸ ਪ੍ਰੈਜ਼ੈਂਸ। ਇੱਥੇ ਉਹ ਜਿਹੜਾ ਇਸ ਐਸੇ ਦਾ ਜਿਹੜਾ ਕੀ ਪੁਆਇੰਟ ਹੈ ਉਸ ਦੀ ਗੱਲ ਕਰਦਾ ਕਿ ਨਾ ਸਿਰਫ ਪਾਸਟ ਨੂੰ ਜਾਣਨਾ ਟ੍ਰੈਡੀਸ਼ਨ ਹੈ, ਬਲਕਿ ਪ੍ਰੈਜ਼ੈਂਟ ਨੂੰ ਜਾਣਨਾ ਵੀ ਉਸਦੇ ਵਰਤਮਾਨ ਦੌਰ ਦੇ ਵਿੱਚ ਅਤੀਤ ਦਾ ਕੀ ਰੋਲ ਹੈ ਉਸ ਨੂੰ ਸਮਝਣਾ ਵੀ ਟ੍ਰੈਡੀਸ਼ਨ ਹੈ। The historical sense compels a man to write not merely with his own generation in his bones, but with a feeling that the whole of the literature of Europe from Homer and within it the whole of the literature of his own country has a simultaneous existence and composes a simultaneous order. This historical sense, which is sense of the timeless as well as of the temporal and of the timeless and of the temporal together, is what makes a writer traditional, and it is at the same time what makes a writer more acutely conscious of his place in his time, of his own contemporaneity. ਤਾਂ ਇੱਥੇ ਉਹ ਇੱਕ ਕਰਦਾ ਰੀਕਨਸਾਈਲ ਕਰਦਾ ਟ੍ਰੈਡੀਸ਼ਨ ਤੇ ਇੰਡੀਵਿਜੂਅਲ ਨੂੰ, ਟਾਈਮਲੈਸ ਤੇ ਟੈਂਪੋਰਲ ਨੂੰ, ਪਾਸਟ ਤੇ ਪ੍ਰੈਜ਼ੈਂਟ ਨੂੰ, ਪਰਮਾਨੈਂਸ ਤੇ ਚੇਂਜ ਨੂੰ, ਨੌਲੇਜ ਤੇ ਐਕਸਪੀਰੀਅੰਸ ਨੂੰ, ਦਾ ਆਈਡੀਆ ਐਂਡ ਦਾ ਰੀਅਲ। ਕਿ ਤੁਸੀਂ ਅਗਰ ਪਾਸਟ ਨੂੰ ਸਮਝਣਾ ਤਾਂ ਪ੍ਰੈਜ਼ੈਂਟ ਨੂੰ ਸਮਝਣਾ ਪਊਗਾ, ਟਾਈਮਲੈਸਨੈਸ ਨੂੰ ਸਮਝਣਾ ਤਾਂ ਟੈਂਪੋਰਲ ਨੂੰ ਸਮਝਣਾ ਪਊਗਾ, ਨੌਲੇਜ ਨੂੰ ਸਮਝਣਾ ਤਾਂ ਐਕਸਪੀਰੀਅੰਸ ਨੂੰ ਸਮਝਣਾ ਪਊਗਾ। ਔਰ ਜਿਹੜਾ ਪੋਇਟ ਦੀ ਨੂੰ ਨਾ ਸਿਰਫ ਪ੍ਰੈਜ਼ੈਂਟ ਦੇ ਵਿੱਚ ਕੀ ਲਿਖਿਆ ਜਾ ਰਿਹਾ, ਪ੍ਰੈਜ਼ੈਂਟ ਦੀ ਟ੍ਰੈਡੀਸ਼ਨ ਨੂੰ ਸਮਝਣਾ ਜ਼ਰੂਰੀ ਹੈ, ਬਲਕਿ ਪਾਸਟ ਟ੍ਰੈਡੀਸ਼ਨ ਨੂੰ ਵੀ ਸਮਝਣਾ ਜ਼ਰੂਰੀ ਹੈ, ਤਾਂ ਹੀ ਉਹ ਆਪਣੀ ਜਿਹੜੀ ਪ੍ਰੈਜ਼ੈਂਟ ਦੇ ਹਾਲਾਤਾਂ ਨੂੰ ਪੇਸ਼ ਕਰ ਸਕੂਗਾ। ਔਰ ਕਿਉਂਕਿ ਪਾਸਟ ਤੇ ਪ੍ਰੈਜ਼ੈਂਟ ਹੈ ਜਿਹੜੇ ਦੋਨੋਂ ਡਿਸਟਿੰਕਸ਼ਨ ਉਹਨੂੰ ਸਮੇਂ ਦੇ ਮੁਤਾਬਕ ਤਾਂ ਕੀਤਾ ਜਾ ਸਕਦਾ, ਬਟ ਦੇ ਆਰ ਨਾਟ ਐਕਸਟਰਨਲ ਟੂ ਈਚ ਅਦਰ। ਦੋਨੋਂ ਇੱਕ ਦੂਜੇ ਤੋਂ ਕੋਈ ਬਾਹਰੀ ਜਾਂ ਅਲੱਗ ਪੋਲਸ ਅਪਾਰਟ ਚੀਜ਼ਾਂ ਨਹੀਂ, ਦੋਨੋਂ ਇੱਕ ਦੂਜੇ ਦੀ ਕੰਟੀਨਿਊਟੀ ਦੇ ਵਿੱਚ ਅਸੀਂ ਸਮਝ ਸਕਦੇ ਹਾਂ। ਔਰ ਫਿਰ ਅੱਗੇ ਉਹ ਲਿਖਦਾ ਕਿ ਪਾਸਟ ਐਗਜ਼ਿਸਟ ਇਨ ਦ ਪ੍ਰੈਜ਼ੈਂਟ ਐਂਡ ਪਾਸਟ ਐਂਡ ਦ ਪ੍ਰੈਜ਼ੈਂਟ ਫਰੋਮ one simultaneous order। ਔਰ ਫਿਰ ਉਹ ਅੱਗੇ ਟ੍ਰੈਡੀਸ਼ਨ ਦੇ ਬਾਰੇ ਗੱਲ ਕਰਦਾ ਕਿ ਟ੍ਰੈਡੀਸ਼ਨ ਕੋਈ ਜਿਹੜਾ ਇੱਕ ਕੋਈ ਸਟੈਟਿਕ ਫਿਨੋਮੇਨਾ ਨਹੀਂ ਹੈਗਾ, ਰਾਦਰ ਇਟ ਇਜ਼ ਮੈਟਰ ਇਨ ਮੋਸ਼ਨ, ਔਰ ਵੀ ਕੈਨ ਸੇ ਇਟ ਇਜ਼ ਅ ਡਾਇਨਾਮਿਕ ਫਿਨੋਮੇਨਾ। ਮੀਨਸ ਇਸ ਨੂੰ ਅਸੀਂ ਖੜੋਤ ਦੇ ਵਿੱਚ ਨਹੀਂ ਦੇਖ ਸਕਦੇ, ਰਾਦਰ ਇਹ ਇੱਕ ਮੈਟਰ ਇਨ ਮੋਸ਼ਨ ਹੈ, ਮੋਸ਼ਨ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਨੇ। ਅੱਗੇ ਉਹ ਲਿਖਦਾ ਕਿ no poet, no artist of any art has his complete meaning alone. His significance, his appreciation is the appreciation of his relation to the dead poets and artists. You cannot value him alone. You must set him for contrast and comparison
among the dead। ਤਾਂ ਇੱਥੇ ਉਹ ਲਿਖਦਾ ਹੈ ਕਿ ਜਿਹੜਾ ਪੋਇਟ ਨੂੰ ਆਪਾਂ ਇੱਕ ਇੰਡੀਵਿਜੂਅਲ ਜਾਂ ਇੱਕ ਆਈਸੋਲੇਸ਼ਨ ਦੇ ਵਿੱਚ ਕਰਕੇ ਨਹੀਂ ਦੇਖ ਸਕਦੇ, ਰਾਦਰ ਉਸਦੇ ਪਾਸਟ ਜਾਂ ਉਸ ਤੋਂ ਜਿਹੜੇ ਪਹਿਲੇ ਜਿਹੜੇ ਰਾਈਟਰ ਹੋਏ ਨੇ ਉਹਨਾਂ ਨਾਲ ਉਸਦੇ ਕੀ ਰਿਲੇਸ਼ਨ ਨੇ ਉਸਦੇ ਹਵਾਲੇ ਨਾਲ ਦੇਖਿਆ ਜਾ ਸਕਦਾ ਹੈ। ਆਪਣੇ ਐਸੇ ਵਾਟ ਇਜ਼ ਕਲਾਸਿਕ ਦੇ ਵਿੱਚ ਲਿਖਦੇ ਨੇ ਕਿ ਈਚ ਲਿਟਰੇਚਰ has its greatness not in isolation but because of its place in a larger pattern, a pattern set in Rome। ਤਾਂ ਇੱਕ ਹਰੇਕ ਜਿਹੜੀ ਰਾਈਟਿੰਗ ਹੁੰਦੀ ਹੈ, ਹਰੇਕ ਜਿਹੜੀ ਪੋਇਮ ਹੁੰਦੀ ਹੈ, ਉਸਦਾ ਇੱਕ ਪੈਟਰਨ ਹੁੰਦਾ ਹੈ। ਉਹ ਪੈਟਰਨ ਦਾ ਇੱਕ ਕੰਟੈਕਸਟ ਹੁੰਦਾ ਹੈ। ਉਹ ਕੰਟੈਕਸਟ ਕਿੱਥੋਂ ਲੈਂਦਾ? ਉਹ ਆਪਣੀ ਟ੍ਰੈਡੀਸ਼ਨ ਤੋਂ ਲੈਂਦਾ ਹੈ। ਔਰ ਇਸੇ ਤਰ੍ਹਾਂ ਦੀ ਗੱਲਬਾਤ ਜਿਹੜੇ ਇੱਕ ਅਮਰੀਕਨ ਕ੍ਰਿਟਿਕ ਨੇ ਲਾਇਨਲ ਟ੍ਰਿਲਿੰਗ, ਉਹ ਆਪਣੇ ਐਸੇ ਸੈਂਸ ਆਫ ਦਾ ਪਾਸਟ ਦੇ ਵਿੱਚ ਕਰਦੇ ਨੇ ਕਿ ਲਿਟਰੇਚਰ ਮਸਟ ਇਨ ਸਮ ਸੈਂਸ ਆਲਵੇਜ਼ ਬੀ ਏ ਹਿਸਟੋਰੀਕਲ ਸਟੱਡੀ, ਫॉर ਲਿਟਰੇਚਰ ਇਜ਼ ਅ ਹਿਸਟੋਰੀਕਲ ਆਰਟ। ਤਾਂ ਲਿਟਰੇਚਰ ਨੂੰ ਸਮਝਣਾ ਹੈ ਤਾਂ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਉਸਨੂੰ ਸਮਝਿਆ ਜਾ ਸਕਦਾ ਹੈ। ਔਰ ਇੱਥੇ ਉਹ ਗੱਲ ਕਰਦੇ ਨੇ ਕਿ ਟ੍ਰੈਡੀਸ਼ਨ ਹੈ ਜਿਹੜੀ, ਮਤਲਬ ਇਹ ਕੋਈ ਸਟੈਟਿਕ ਜਾਂ ਫਿਕਸਡ ਨਹੀਂ ਹੈਗੀ, ਰਾਦਰ ਇਟ ਇਜ਼ ਕਨਸਟੈਂਟਲੀ ਚੇਂਜਿੰਗ, ਗਰੋਇੰਗ, ਬਿਕਮਿੰਗ ਡਿਫਰੈਂਟ ਫਰੋਮ ਵਾਟ ਇਟ ਇਜ਼। ਤਾਂ ਇਲੀਅਟ ਇੱਥੇ ਜ਼ੋਰ ਦੇ ਕੇ ਕਹਿੰਦਾ ਹੈ ਕਿ ਔਰ ਇੰਟਰਪ੍ਰੇਟ ਕਰਦਾ ਹੈ ਕਿ ਟਾਈਮ ਐਂਡ ਹਿਸਟਰੀ ਨੈਵਰ ਸਟੈਂਡ ਸਟਿਲ, ਕਿ ਇਹਨੂੰ ਅਗਰ ਹਿਸਟਰੀ ਨੂੰ ਸਮਝਣਾ ਹੈ, ਟਾਈਮ ਨੂੰ ਸਮਝਣਾ ਹੈ, ਪ੍ਰੈਜ਼ੈਂਟ ਨੂੰ ਸਮਝਣਾ ਹੈ, ਤੇ ਕੁਝ ਵੀ ਚੀਜ਼ਾਂ ਜਿਹੜੀਆਂ ਨੇ ਸਟੈਂਡਿੰਗ ਸਟਿਲ ਨਹੀਂ ਹੁੰਦੀਆਂ। ਟ੍ਰੈਡੀਸ਼ਨ ਵੀ ਇਸੇ ਤਰ੍ਹਾਂ ਸਟੈਂਡਿੰਗ ਸਟਿਲ ਨਹੀਂ ਹੁੰਦੀ, ਰਾਦਰ ਇਹ ਇੱਕ ਮੋਸ਼ਨ ਦੇ ਵਿੱਚ ਚੀਜ਼ਾਂ ਨੂੰ ਸਮਝਿਆ ਜਾ ਸਕਦਾ ਹੈ, ਜਾਂ ਡਾਇਨਾਮਿਜ਼ਮ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸਮਝਿਆ ਜਾ ਸਕਦਾ ਹੈ। ਅੱਗੇ ਉਹ ਐਸੇ ਦੇ ਵਿੱਚ ਲਿਖਦੇ ਨੇ the existing monuments from an ideal order from themselves which is modified by the introduction of the new work of art among them, the existing order is complete before the new work arrives, for order to persist after the supervention of novelty, and this is conformity between the old and the new. Whoever has approved this idea of order of the form of European, of English literature will not find it preposterous that the past should be altered by the present as much as the present is directed by the past। ਤਾਂ ਇੱਥੇ ਉਹ ਇਸ ਐਸੇ ਦਾ ਜਿਹੜਾ ਮੇਨ ਪੁਆਇੰਟ ਹੈ ਉਸ ਦੀ ਗੱਲ ਕਰਦੇ ਨੇ ਕਿ ਪਾਸਟ ਸ਼ੁੱਡ ਬੀ ਆਲਟਰਡ ਬਾਈ ਦਾ ਪ੍ਰੈਜ਼ੈਂਟ, ਕਿ ਪਾਸਟ ਹੈ ਜਿਹੜਾ ਪ੍ਰੈਜ਼ੈਂਟ ਦੇ ਦੁਆਰਾ ਬਦਲਿਆ ਜਾ ਸਕਦਾ ਹੈ, ਔਰ ਐਜ਼ ਮਚ ਐਜ਼ ਦਾ ਪ੍ਰੈਜ਼ੈਂਟ ਇਜ਼ ਡਾਇਰੈਕਟਡ ਬਾਈ ਦਾ ਪਾਸਟ, ਕਿ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜਿਹੜਾ ਪਾਸਟ ਪ੍ਰੈਜ਼ੈਂਟ ਨੂੰ ਡਾਇਰੈਕਟ ਕਰਦਾ ਹੈ। ਤਾਂ ਆਪਾਂ ਇੱਥੇ ਐਗਜ਼ਾਮਪਲ ਲੈ ਸਕਦੇ ਹਾਂ ਕਿ ਜਿਸ ਤਰ੍ਹਾਂ ਜੋ ਸਟੇਟ ਜਦੋਂ ਚੇਂਜ ਹੁੰਦੀ ਹੈ ਤਾਂ ਉਹ ਕਿਵੇਂ ਸਾਡੀ ਹਿਸਟਰੀ ਵੀ ਚੇਂਜ ਹੁੰਦੀ ਹੈ। ਤਾਂ ਉਹ ਇੱਥੇ ਲਿਖਦਾ ਹੈ ਕਿ ਜਿਹੜਾ ਪਾਸਟ ਤੇ ਪ੍ਰੈਜ਼ੈਂਟ ਹੈ ਉਹ ਉਸਦੇ ਆਪਸੀ ਰਿਸ਼ਤੇ ਵਨ ਸਾਈਡਡ ਨਹੀਂ ਹੈਗੇ ਜਾਂ ਵਨ ਵੇ ਕਮਿਊਨੀਕੇਸ਼ਨ ਨਹੀਂ ਹੈਗਾ, ਰਾਦਰ ਟੂ ਵੇ ਹੈ। ਪਾਸਟ ਪ੍ਰੈਜ਼ੈਂਟ ਨੂੰ ਪ੍ਰਭਾਵਿਤ ਕਰਦਾ ਹੈ ਔਰ ਉਸੇ ਤਰ੍ਹਾਂ ਪ੍ਰੈਜ਼ੈਂਟ ਵੀ ਪਾਸਟ ਨੂੰ ਪ੍ਰਭਾਵਿਤ ਕਰਦਾ ਹੈ। ਤਾਂ ਇਸ ਕਰਕੇ ਅਗਰ ਅਸੀਂ ਪਾਸਟ ਨੂੰ ਸਮਝਣਾ ਹੈ ਤਾਂ ਸਾਨੂੰ ਪ੍ਰੈਜ਼ੈਂਟ ਨੂੰ ਸਮਝਣਾ ਪਊਗਾ, ਅਗਰ ਪ੍ਰੈਜ਼ੈਂਟ ਨੂੰ ਸਮਝਣਾ ਤਾਂ ਪਾਸਟ ਨੂੰ ਸਮਝਣਾ ਪਊਗਾ। ਔਰ ਤਾਂ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਵੀ ਕੋਈ ਵਰਕ ਆਫ ਆਰਟ ਕ੍ਰੀਏਟਡ ਹੁੰਦਾ ਤਾਂ ਉਹ ਹਮੇਸ਼ਾ ਨਵਾਂ ਤੇ ਓਰੀਜਨਲ ਹੁੰਦਾ ਹੈ। ਔਰ ਅੱਗੇ ਉਹ ਲਿਖਦਾ ਇਨ ਏ ਪੈਕੂਲੀਅਰ ਸੈਂਸ ਹੀ ਵਿਲ ਬੀ ਅਵੇਅਰ also that he must inevitably be judged by the standards of the past. I say judged, not amputated by them, not judged to be as good as or worse or better than the dead, and certainly not judged by the canons of the dead critics. It is a judgment, a comparison in which two things are measured by each other. ਇੱਥੇ ਫਿਰ ਉਹ ਬੜੀ ਖਾਸ ਗੱਲ ਕਰਦਾ ਕਿ ਜਦੋਂ ਉਹ ਕਹਿੰਦਾ ਕਿ ਪ੍ਰੈਜ਼ੈਂਟ ਦੇ ਜਿਹੜੇ ਪੋਇਟ ਨੇ ਉਹਨਾਂ ਨੂੰ ਪਾਸਟ ਦੇ ਹਵਾਲੇ ਨਾਲ ਜੱਜ ਕੀਤਾ ਜਾ ਸਕਦਾ। ਜੱਜਮੈਂਟ ਦਾ ਉਹ ਕਹਿੰਦਾ ਕਿ ਮੀਨਿੰਗ ਇਹ ਨਹੀਂ ਕਿ ਗੁੱਡ ਔਰ ਬੈਡ, ਕਿ ਇਹ ਰਾਈਟਰ ਪਾਸਟ ਦੇ ਰਾਈਟਰਸ ਤੋਂ ਚੰਗਾ ਹੈ ਜਾਂ ਮਾੜਾ ਹੈ, ਰਾਦਰ ਉਹ ਇੱਕ ਕੰਪੈਰੀਜ਼ਨ ਦੀ ਗੱਲ ਕਰਦਾ, ਕੰਪੈਰੇਟਿਵ ਸਟੱਡੀ ਦੀ ਗੱਲ ਕਰਦਾ ਦੋਨਾਂ ਦੇ ਵਿੱਚ, ਨਾ ਕਿ ਉਸ ਨੂੰ ਕੋਈ ਗੁੱਡ ਐਂਡ ਜਿਹੜਾ ਬੈਡ ਹੋਣ ਦੀ ਗੱਲ ਕਰਦਾ ਹੈ।
और कंट्रास्ट की गल करता है ताकि जिहड़ा एक चीज़ां नूं होर बेहतर तरीके दे नाल समझिया जाए और उहदे विच ट्रेडिशन ते इंडिविजुअल एलीमेंट दोनों का एक आपसी दोनों का एक आपसी जिहड़ा रिश्ता है वह भी सामने आता है। अगे वो लिखता है टू प्रोसीड is a more intelligible exposition of the relation of the poet to the past. He can neither take the past as a lump, an indiscriminate bolus, nor can he from himself wholly on one or two private admirations, nor can he from himself wholly upon one period, one preferred period. और इस करके वो कह रहे हैं कि पास्ट कोई डेड चीज़ नहीं कि ਆਪਾਂ कह दीए कि पास्ट ਨੂੰ ਜਦੋਂ ਇੱਕ ਚੀਜ਼ ਨੂੰ ਡੈਡ ਲੌਕ ਲੈ ਕੇ ਅਸੀਂ ਪ੍ਰੈਜ਼ੈਂਟ ਨਾਲ ਉਸ ਦੀ ਕੰਪੈਰੀਜ਼ਨ ਕਰੀਏ ਰਾਦਰ ਜਿਹੜਾ ਪੋਇਟ ਨੂੰ ਨਾ ਸਿਰਫ ਇੱਕ ਪੀਰੀਅਡ ਦੇ ਇੱਕ ਜਗ੍ਹਾ ਦੇ ਕਵੀਆਂ ਨੂੰ ਸਮਝਣਾ ਚਾਹੀਦਾ ਸਗੋਂ ਉਸ ਨੂੰ ਕੌਨਸ਼ੀਅਸ ਹੋਣਾ ਚਾਹੀਦਾ ਕਿ ਅੱਜ ਕੀ ਚੱਲ ਰਿਹਾ ਪੋਇਟਰੀ ਦੇ ਵਿੱਚ ਔਰ ਇਸ ਦੀ पास्ट ट्रेडिशन की है पुराने टाइम की चलिया गया और कहना मतलब कि पोएट तो इत्थे तवक्को रखता है कि पोएट नूं बहुत ही एक इंटैलीजेंट परसन होना चाहिए जिसनों कि पूरी दुनिया दे विच चल रही कवितावां दियां जो धारावां ने स्टाइल है विषय है उन्हां दे बारे जानकारी होनी चाहिए है। अगे वो लिखता है कि द पोएट मस्ट बी वेरी कॉन्शियस ऑफ द मेन करंट but does not flow invariably through the most distinguished reputation. He must be quite aware of the obvious fact that art never improves, but the material of art is never quite the same. इत्थे फिर वो बड़ी खास गल करदा है जिहड़ी कि आपां अंडरलाइन करदे हां कि जिहड़ा आर्ट है आर्ट नेवर improves, but that material of art is never quite the same. ਹੁਣ ਇੱਥੇ ਦੋਨੋਂ ਬਿਲਕੁਲ ਪੈਰਾਡੌਕਸਿਕਲ ਜਾਂ ਡਾਇਲੈਕਟਿਕਲੀ ਗੱਲ ਕਰਦਾ ਹੈ ਕਿ ਇਸ ਤਰ੍ਹਾਂ ਨਹੀਂ ਕਿ ਆਪਾਂ ਕਹਿੰਦੇ ਕਿ ਪਾਸਟ ਦੀ ਆਰਟ ਇਸ ਤਰ੍ਹਾਂ ਸੀ ਪ੍ਰੈਜ਼ੈਂਟ ਦੀ ਇਸ ਤਰ੍ਹਾਂ ਉਹ ਕਹਿੰਦਾ ਕਿ ਇਸ ਤਰ੍ਹਾਂ ਨਹੀਂ ਹੁੰਦਾ ਆਰਟ ਨੈਵਰ ਇੰਪਰੂਵਸ ਰਾਦਰ ਉਹ ਕੀ ਹੈ ਕਿ ਅਪਡੇਟ ਕਰਦੀ ਹੈ ਆਪਦੇ ਆਪ ਨੂੰ ਔਰ ਇਸ ਕਰਕੇ ਪੋਇਟ ਨੂੰ ਨਾ ਸਿਰਫ ਆਪਣੇ ਵਰਤਮਾਨ ਨੂੰ ਜਾਣਨਾ ਚਾਹੀਦਾ ਬਲਕਿ ਉਸ ਨੂੰ उसकी कंसनट्रेशन है मेन करंट ते होनी चाहिए है और नाल दी नाल उसकी कंसनट्रेशन ट्रेडिशन ते भी होनी चाहिए है और आर्ट नेवर इंप्रूव्स कहना मतलब आर्ट दे विच कोई क्वालिटेटिव उस तरह चेंज नहीं आता रादर उहदे विच रिफाइनमेंट हुंदी है अपडेशन हुंदी है और डेवलपमेंट हुंदी है। फिर वो अगे अगले हिस्से दे विच पोएट्स दे बारे गल करदा है। हुण इस तो पहला तो उन्होंने ट्रेडिशन की गल की और हिस्टोरिकल सेंस की गल की और ट्रेडिशन का मतलब ना सिर्फ पास्ट तो है बल्कि उसनों प्रेजेंट दे कॉन्टेक्स्ट विच समझना तो फिर इस तो बाद वो पोएट्स बारे गल करता है कि द ऑब्जेक्शन इज दैट द डॉक्ट्रिन रिक्वायर ए रिडिक्यूल अमाउंट ऑफ एरुडिशन a claim which can be rejected by the appeal to the lives of the poets in any pantheon. It will even be affirmed that much learning deadens or perverts poetic sensibility. वो कहता बड़ा जो ट्रेडिशन की गल आती है आम तौर पर धारणा देखी जाती है कि तुसी ज़्यादा ट्रेडिशन की गल करोगे तो तुसी प्रेजेंट नालों टुट जाओगे और थोड़ी जिहड़ी पोइटिक सेंसिबिलिटी है प्रेजेंट नूं लैके ये जाती रहूगी। शेक्सपीयर रिक्वायर्ड more essential history from Plutarch than most men could from the whole British Museum. What is to be insisted upon is that the poet must develop or procure the consciousness of the past and that he should continue to develop his consciousness throughout his career. तो इत्थे वो टी.एस. एलियट जिहड़े पोएट्स ने उन्होंने सुजैसट करता है कि पोएट्स नूं पूरे अपने थ्रू आउट द करियर जिहड़ी पास्ट ट्रेडिशन है और पास्ट दे जिहड़े पोएट्स ने उन्हां तो हिस्टरी नूं ट्रेडिशन बारे हमेशा जानते रहना चाहिए और मतलब इट इज द ड्यूटी ऑफ द पोएट टू नो अबाउट द पास्ट और
ਜਿਹੜੇ ਗ੍ਰੇਟ ਪੋਇਟਸ ਹੋਏ ਨੇ ਉਹ ਕਹਿੰਦਾ ਕਿ ਜਿਵੇਂ ਉਹ ਸ਼ੇਕਸਪੀਅਰ ਦਾ ਐਗਜ਼ਾਮਪਲ ਦਿੰਦਾ ਕਿ ਉਹ ਪੂਰਾ ਹਿਸਟਰੀ ਜਿਹੜਾ ਪਲੂਟਾਰਚ ਤੋਂ ਜਾਣਦਾ ਜਿਹੜਾ ਕਿ ਜਿਵੇਂ ਕੋਈ ਬੰਦਾ ਪੂਰੀਆਂ ਕਿਤਾਬਾਂ ਪੜ੍ਹ ਕੇ ਜਾਂ ਕੋਈ ਬੰਦਾ ਪੂਰੇ ਮਿਊਜ਼ੀਅਮ ਦੇ ਵਿੱਚੋਂ ਉਹ ਜਾਣਦਾ। ਤਾਂ ਇੱਥੇ ਉਹ ਇਸ਼ਾਰਾ ਕਰਦਾ ਕਿ ਟ੍ਰੈਡੀਸ਼ਨ ਦੀ ਨੌਲੇਜ ਜਾਂ ਇਤਿਹਾਸ ਦੀ ਨੌਲੇਜ ਤੋਂ ਉਸ ਦਾ ਜਿਹੜਾ ਅਰਥ ਸਿਰਫ ਕਿਤਾਬੀ ਗਿਆਨ ਤੋਂ ਨਹੀਂ, ਰਾਦਰ ਉਸ ਤੋਂ ਵੀ ਬਿਯੋਂਡ ਕਿਤਾਬੀ ਗਿਆਨ ਦੇ ਨਾਲ ਨਾਲ ਹੋਰ ਜਿਹੜੇ ਹਵਾਲੇ ਨੇ, ਚਾਹੇ ਉਹ ਆਰਟ ਦਾ, ਚਾਹੇ ਉਹ ਹਿਸਟਰੀ ਦਾ, ਪੋਇਟਰੀ ਦਾ, ਲਿਟਰੇਚਰ ਦਾ, ਉਸ ਹਵਾਲਿਆਂ ਤੋਂ ਵੀ ਤੁਸੀਂ ਕਿਸ ਤਰ੍ਹਾਂ ਟ੍ਰੈਡੀਸ਼ਨ ਬਾਰੇ ਜਾਣ ਸਕਦੇ ਹੋ। ਫਿਰ ਉਹ ਅੱਗੇ ਲਿਖਦਾ ਕਿ what happens is a continual surrender of himself as he is at the moment to something which is more valuable। ਤਾਂ ਉਹ ਕਹਿੰਦਾ ਕਿ ਪੋਇਟ ਇਸ ਤੋਂ ਬਾਅਦ ਜਦੋਂ ਉਹ ਆਪਣੀ ਟ੍ਰੈਡੀਸ਼ਨ ਨੂੰ ਜਾਣ ਲੈਂਦਾ ਹੈ ਤਾਂ ਉਹ ਫਿਰ ਆਪਣੇ ਆਪ ਨੂੰ ਸਰੈਂਡਰ ਕਰਦਾ ਹੈ, ਕਿਉਂਕਿ ਜੋ ਚੀਜ਼ਾਂ ਦੇ ਬਾਰੇ ਉਹ ਲਿਖ ਰਿਹਾ ਹੁੰਦਾ ਹੈ ਉਹ ਉਸਦੀ ਇੰਡੀਵਿਜੂਅਲਿਟੀ ਤੋਂ ਜ਼ਿਆਦਾ ਵੈਲਿਊਏਬਲ ਹੁੰਦੀਆਂ ਨੇ। ਟੀ.ਐਸ. ਇਲੀਅਟ ਅੱਗੇ ਲਿਖਦੇ ਨੇ ਕਿ the progress of an artist is a continual self-sacrifice, a continual extension of personality। ਤਾਂ ਉਹ ਕਹਿੰਦਾ ਕਿ ਪੋਇਟ ਦੀ ਸਭ ਤੋਂ ਵੱਡੀ ਖਾਸੀਅਤ ਹੁੰਦੀ ਹੈ ਡੀਪਰਸਨਲਾਈਜ਼ਡ ਕਰਨਾ ਚੀਜ਼ਾਂ ਨੂੰ, ਔਰ ਜਿਹੜਾ ਆਪਣੇ ਪੈਸ਼ਨ ਇਮੋਸ਼ਨਸ ਨੂੰ ਇੱਕ ਪਾਸੇ ਰੱਖ ਕੇ ਉਸ ਕਵਿਤਾ ਦੇ ਵਿੱਚ ਜੋ ਆਬਜੈਕਟ ਦਿੱਤਾ ਹੈ ਉਸ ਨਾਲ ਆਪਣੇ ਆਪ ਨੂੰ ਜੋੜਨਾ, ਔਰ ਇਸ ਗੱਲ ਨਾਲ ਉਹ ਪੋਇਟ ਨੂੰ ਸਾਇੰਟਿਸਟ ਦੀ ਤਰ੍ਹਾਂ ਮੰਨਦਾ ਹੈ। ਤਾਂ ਉਹ ਲਿਖਦਾ ਹੈ honest criticism and sensitive appreciation is directed not upon the poet but upon the poetry। ਇੱਥੇ ਵੀ ਉਹ ਇੱਕ ਅੰਡਰਲਾਈਨ ਕਰਨ ਵਾਲੀ ਗੱਲ ਨੂੰ ਕਰਦਾ ਕਿ ਜਿਹੜਾ ਫੋਕਸ ਹੈ ਉਹ ਪੋਇਟ ਤੇ ਨਹੀਂ ਹੋਣਾ ਚਾਹੀਦਾ, ਰਾਦਰ ਦਾ ਫੋਕਸ ਸ਼ੁੱਡ ਬੀ ਔਨ ਪੋਇਟਰੀ। ਔਰ ਇੱਥੇ ਫਿਰ ਉਹ ਅੱਗੇ ਜਿਹੜਾ ਉਸਦੀ ਥਿਊਰੀ ਆਫ ਇੰਪਰਸਨੈਲਿਟੀ ਹੈ ਉਸ ਨੂੰ ਡਿਵੈਲਪ ਕਰਦਾ ਹੈ। ਇੱਥੇ ਉਹ ਕੰਪੇਅਰ ਕਰਦਾ ਹੈ ਜਿਹੜਾ ਪੋਇਟ ਦਾ ਮਾਈਂਡ ਹੈ ਤੇ ਕੈਟਲਿਸਟ ਹੈ। ਕੈਟਲਿਸਟ ਕਹਿ ਸਕਦੇ ਹਾਂ ਜਿਵੇਂ ਉਤਪ੍ਰੇਰਕ। ਅੱਗੇ ਉਹ ਟੀ.ਐਸ. ਇਲੀਅਟ ਐਗਜ਼ਾਮਪਲ ਦਿੰਦਾ ਹੈ ਕਿ ਜਿਹੜਾ ਪੋਇਟਿਕ ਕ੍ਰੀਏਸ਼ਨ ਹੁੰਦੀ ਹੈ ਮਤਲਬ ਇਟ ਇਜ਼ ਏ ਕਾਈਂਡ ਆਫ ਕੈਮੀਕਲ ਰਿਐਕਸ਼ਨ। ਕਿਸ ਤਰ੍ਹਾਂ ਨਾਲ ਕਿ ਇੱਕ ਜਾਰ ਹੈ ਔਰ ਉਹਦੇ ਵਿੱਚ ਆਕਸੀਜਨ ਹੈ ਔਰ ਸਲਫਰ ਡਾਈਆਕਸਾਈਡ ਹੈ, ਦੋਨੋਂ ਗੈਸਾਂ ਨੂੰ ਮਿਲਾਇਆ ਜਾਂਦਾ ਹੈ, ਪਰ ਲੇਕਿਨ ਜਦੋਂ ਤੱਕ ਉਹਦੇ ਵਿੱਚ ਇੱਕ ਪਲੈਟੀਨੀਅਮ ਇੰਟਰੋਡਿਊਸ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹਨਾਂ ਦੀ ਕੰਬੀਨੇਸ਼ਨ ਹੈ ਜਿਹੜੀ ਨਹੀਂ ਹੋ ਸਕਦੀ। ਔਰ ਬਟ ਦ ਮੈਟਲ ਡਜ਼ ਨਾਟ ਅੰਡਰਗੋ ਐਨੀ ਚੇਂਜ। ਜੇ ਆਪਾਂ ਪਲੈਟੀਨਮ ਨੂੰ ਇੰਟਰੋਡਿਊਸ ਨਹੀਂ ਕਰਾਂਗੇ ਇਹਨਾਂ ਦੋਨਾਂ ਦੇ ਵਿੱਚ ਤਾਂ ਉਹ ਰਿਐਕਸ਼ਨ ਨਹੀਂ ਕਰੂਗਾ। ਤਾਂ ਅੱਗੇ ਉਹ ਲਿਖਦਾ ਹੈ the platinum itself is apparently unaffected, has remained inert, neutral and unchanged. The mind of the poet is shred of platinum। ਤਾਂ ਉਹ ਕਹਿੰਦਾ ਕਿ ਪੋਇਟ ਦਾ ਮਾਈਂਡ ਹੈ ਜਿਹੜਾ ਉਹ ਵੀ ਇੱਕ ਕਿਸਮ ਦਾ ਪਲੈਟੀਨਮ ਹੈ ਜਿਸ ਤੇ ਕੋਈ ਅਸਰ ਨਹੀਂ ਪੈਂਦਾ, ਪਰ ਉਹ ਉਤਪ੍ਰੇਰਿਤ ਕਰਦਾ ਹੈ ਚੀਜ਼ਾਂ ਨੂੰ ਬਦਲਣ ਦੇ ਵਿੱਚ। The mind of the poet is constantly forming emotions and experience into new wholes, but the new combination does not contain even a trace of poet's mind, as newly formed sulfurous acid does not contain any trace of platinum। ਤਾਂ ਜਿਹੜਾ ਉਹ ਸਲਫਰਸ ਐਸਿਡ ਬਣਦਾ ਹੈ ਉਹਦੇ ਵਿੱਚ ਪਲੈਟੀਨਮ ਦੀ ਕਿਤੇ ਪ੍ਰੈਜ਼ੈਂਸ ਨਹੀਂ ਹੁੰਦੀ। ਇਸੇ ਤਰ੍ਹਾਂ ਉਹ ਕਹਿੰਦਾ ਕਿ ਪੋਇਟ ਦਾ ਮਾਈਂਡ ਹੈ ਜਿਹੜਾ ਉਹ ਹਾਲਾਂਕਿ ਸਾਰੀਆਂ ਟ੍ਰੈਡੀਸ਼ਨ ਨੂੰ, ਇਮੋਸ਼ਨਸ ਨੂੰ, ਪ੍ਰੈਜ਼ੈਂਟ ਨੂੰ ਇਕੱਠਾ ਕਰਕੇ ਕੋਈ ਚੀਜ਼ ਬਣਾਉਂਦਾ, ਪਰ ਉਹ ਇੱਕ ਕੈਟਾਲਿਸਟ ਹੁੰਦਾ, ਉਸਦਾ ਉਸ ਸਾਰੀ ਚੀਜ਼ ਤੇ ਜਿਹੜੀ ਸਿਰਜਣਾ ਤੇ ਕੋਈ ਪ੍ਰਭਾਵ ਨਹੀਂ ਹੁੰਦਾ। ਫਿਰ ਉਹ ਅੱਗੇ ਐਗਜ਼ਾਮਪਲ ਦਿੰਦਾ ਕਿ ਜੇ ਇਮੈਚੁਰ ਹੈ ਪੋਇਟ, ਯੰਗ ਹੈ, ਸ਼ੁਰੂਆਤੀ ਦੌਰ ਦੇ ਵਿੱਚ ਹੈ, ਤਾਂ ਉਹ ਕਹਿੰਦਾ ਕਿ the more perfect the artist, the more completely separate in him will be the man who suffers the mind which creates। ਤਾਂ ਉਹ ਕਹਿੰਦਾ ਕਿ ਮੈਚੁਰ ਆਰਟਿਸਟ ਦੀ ਇਹੀ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਆਪਣੀ ਆਰਟ ਤੋਂ ਬਿਲਕੁਲ ਡਿਫਰੈਂਟ ਰੱਖਦਾ ਹੈ। ਇੱਥੇ ਉਹ ਦੋ ਤਰ੍ਹਾਂ ਦੇ ਪੋਇਟਿਕ ਪ੍ਰੋਸੈਸ ਦੀ ਗੱਲ ਕਰਦਾ ਹੈ ਕਿ ਇੱਕ ਇਮੋਸ਼ਨਸ ਹੁੰਦੀਆਂ ਨੇ, ਇੱਕ ਫੀਲਿੰਗਸ ਹੁੰਦੀਆਂ ਨੇ, ਲੇਕਿਨ ਇਸ ਦੇ ਬਾਰੇ ਫਿਰ ਉਹ ਇਸ ਨੂੰ ਐਕਸਪਲੇਨ ਨਹੀਂ ਕਰਦਾ। ਔਰ ਇਸ ਪੁਆਇੰਟ ਨੂੰ ਲੈ ਕੇ ਉਸਦੀ ਆਲੋਚਨਾ ਵੀ ਹੋਈ ਹੈ। ਇੱਕ ਕ੍ਰਿਟਿਕ ਨੇ A.G. ਜੌਰਜ,
ਉਹ ਕਹਿੰਦੇ ਕਿ ਇਸ ਦੇ ਬਾਰੇ ਉਸ ਦੀ ਜਿਹੜਾ ਬੜਾ ਐਂਬੀਗੂਅਸ ਹੈ, ਉਹ ਕਿਤੇ ਵੀ ਨਾ ਇਸ ਟੈਕਸਟ ਦੇ ਵਿੱਚ ਨਾ ਉਹ ਆਪਣੀਆਂ ਆਉਣ ਵਾਲੀਆਂ ਲਿਖਤਾਂ ਦੇ ਵਿੱਚ ਕਿਤੇ ਵੀ ਉਹ ਇਮੋਸ਼ਨ ਤੇ ਫੀਲਿੰਗਸ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰਦਾ, ਔਰ ਇਸ ਕਰਕੇ ਇਸ ਦੇ ਬਾਰੇ ਕੁਝ ਕਲੈਰਿਟੀ ਨਹੀਂ ਹੈਗੀ। ਤਾਂ ਉਹ ਫਿਰ ਇੱਥੇ ਗੱਲ ਕਲੀਅਰ ਕਰਦਾ ਕਿ ਜਿਹੜਾ ਪੋਇਟ ਦਾ ਮਾਈਂਡ ਹੁੰਦਾ ਉਹ ਇੱਕ ਜਾਰ ਦੀ ਤਰ੍ਹਾਂ ਹੁੰਦਾ, ਜਿਸ ਦੇ ਵਿੱਚ ਬਹੁਤ ਸਾਰੀਆਂ ਫੀਲਿੰਗਸ ਹੁੰਦੀਆਂ ਨੇ, ਇਮੋਸ਼ਨ ਸਟੋਰ ਹੁੰਦੀਆਂ ਨੇ, ਤੇ ਪੋਇਟ ਉਹਨਾਂ ਨੂੰ ਆਰਗੇਨਾਈਜ਼ ਕਰਦਾ। ਤਾਂ ਇੱਥੇ ਕਹਿੰਦਾ ਕਿ ਪੋਇਟਰੀ ਇਜ਼ organization rather than inspiration. For it is not the greatness, the intensity of the emotions, the components, but the intensity of the artistic process, the pressure, so to speak, under which the fusion take place, that counts. और इतने greatness of the poet है वो intensity of emotion ते नहीं बल्कि इंटेंसिटी ऑफ पोएटिक प्रोसेस ਤੇ ਡਿਪੈਂਡ ਕਰਦੀ ਹੈ। ਜਿਸ ਤਰ੍ਹਾਂ ਇੱਕ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ, ਜੌਨ ਕੀਟਸ ਜਿਹੜੇ ਰੋਮਾਂਟਿਕ ਕਵੀ ਹੋਏ ਨੇ, ਉਹਨਾਂ ਦੀ ਕਵਿਤਾ ਹੈ ਔਡ ਟੂ ਨਾਈਟਿੰਗੇਲ। ਉੱਥੇ ਆਪਾਂ ਦੇਖ ਸਕਦੇ ਹਾਂ ਕਿ ਔਡ ਟੂ ਨਾਈਟਿੰਗੇਲ ਬਿਲਕੁਲ ਜਿਹੜੀ ਪੋਇਟਸ ਦੀਆਂ ਫੀਲਿੰਗ ਹੈ, ਪਰਸਨੈਲਿਟੀ ਹੈ, ਉਸ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ। ਤਾਂ ਇੱਥੇ ਇੱਕ ਸਮਝ ਆਉਂਦਾ ਹੈ ਕਿ ਪੋਇਟ ਇਜ਼ ਮੀਅਰਲੀ ਅ ਮੀਡੀਅਮ, that the poet is not a personality to express but a particular medium, which is only a medium, not a personality, in which impression and experiences combine in peculiar and unexpected ways. ਤਾਂ ਇੱਥੇ ਕਹਿੰਦਾ ਕਿ ਪੋਇਟ ਹੈ ਜਿਹੜਾ ਉਹ ਪਰਸਨੈਲਿਟੀ ਨਹੀਂ ਹੈਗਾ, ਰਾਦਰ ਕਿ ਮੀਡੀਅਮ। ਤਾਂ ਇੱਥੇ ਪੋਇਟ ਜਿਹੜਾ ਟੀ.ਐਸ. ਇਲੀਅਟ ਹੈ ਉਹ ਇਸ਼ਾਰਾ ਕਰਦਾ ਹੈ ਰੋਮਾਂਟਿਕ ਸਬਜੈਕਟਿਵਿਜ਼ਮ ਦੇ ਅਗੇਂਸਟ, ਖਾਸ ਕਰ ਜਿਹੜਾ ਵਿਲੀਅਮ ਵਰਡਸਵਰਥ ਤੇ ਐਸ.ਟੀ. ਕਾਲਰਿਜ ਨੇ ਜੋ ਦਿੱਤਾ, ਉਸ ਦੇ ਵਿੱਚ ਉਹ ਕਹਿੰਦਾ ਕਿ ਜਿਹੜੇ ਕਿ ਕਹਿੰਦੇ ਕਿ ਪੋਇਟਰੀ ਇਜ਼ ਦਾ ਸਪੋਂਟੇਨੀਅਸ ਓਵਰਫਲੋ ਆਫ ਪਾਵਰਫੁਲ ਫੀਲਿੰਗਸ, ਸਬਜੈਕਟਿਵਿਟੀ ਤੇ ਜ਼ੋਰ ਦਿੰਦੇ ਨੇ, ਉਹ ਇਸ ਦੇ ਅਗੇਂਸਟ ਹੈ। ਹਾਲਾਂਕਿ ਜਿਹੜੇ ਦੂਸਰੇ ਰੋਮਾਂਟਿਕਸ ਹੋਏ ਨੇ, ਪੀ.ਵੀ. ਸ਼ੈਲੇ ਐਂਡ ਜਿਹੜੇ ਜੌਨ ਕੀਟਸ ਨੇ, ਉਹ ਉਹਨਾਂ ਤੋਂ ਟੀ.ਐਸ. ਇਲੀਅਟ ਕਾਫੀ ਲੀਡਸ ਲੈਂਦਾ, ਇਨਸਾਈਟਸ ਲੈਂਦਾ। ਪੀ.ਵੀ. ਸ਼ੈਲੇ ਆਪਣੀ ਡਿਫੈਂਸ ਆਫ ਪੋਇਟਰੀ ਦੇ ਵਿੱਚ ਲਿਖਦਾ ਹੈ ਕਿ ਦ ਪੋਇਟ ਇਜ਼ ਸਮਥਿੰਗ ਲਾਈਕ ਐਨ ਅਨਕੌਨਸ਼ੀਅਸ ਮੀਡੀਅਮ, ਜਿਹੜੀ ਅੱਗੇ ਜਾ ਕੇ ਟੀ.ਐਸ. ਇਲੀਅਟ ਵੀ ਗੱਲ ਕਰਦਾ ਹੈ। ਤਾਂ ਫਿਰ ਉਹ ਕਹਿੰਦਾ ਕਿ ਹਿਜ਼ ਪਾਰਟੀਕੂਲਰ ਇਮੋਸ਼ਨਸ ਮੇ ਬੀ ਸਿੰਪਲ ਔਰ ਕਰੂਡ ਔਰ ਫਲੈਟ, ਦ ਇਮੋਸ਼ਨ ਇਨ ਹਿਜ਼ ਪੋਇਟਰੀ ਵਿਲ ਬੀ ਅ ਵੈਰੀ ਕੰਪਲੈਕਸ ਥਿੰਗਸ। ਹਾਲਾਂਕਿ ਉਹ ਜਿਹੜਾ ਪੋਇਟ ਹੈ ਉਸ ਦੀਆਂ ਇਮੋਸ਼ਨਸ, ਫੀਲਿੰਗਸ ਬਹੁਤ ਸਿੰਪਲ ਹੋ ਸਕਦੀਆਂ ਨੇ, ਕਰੂਡ ਹੋ ਸਕਦੀਆਂ ਨੇ, ਪਰ ਉਸ ਦੀ ਪੋਇਟਰੀ ਦੇ ਵਿੱਚ ਐਟ ਦ ਸੇਮ ਟਾਈਮ ਜਿਹੜੀਆਂ ਫੀਲਿੰਗਸ ਨੇ ਉਹ ਬਹੁਤ ਕੰਪਲੈਕਸ, ਕੰਪਲੀਕੇਟਡ ਤੇ ਬਹੁਤ ਪ੍ਰੋਬਲਮੈਟਿਕ ਹੋ ਸਕਦੀਆਂ ਨੇ। ਤੇ ਇਹ ਕਹਿੰਦਾ ਕਿ ਇਹ ਵੀ ਕੋਈ ਪੋਇਟ ਦਾ ਕੰਮ ਨਹੀਂ ਹੁੰਦਾ ਕਿ ਆਲਵੇਜ਼ ਉਹ ਨਵੀਆਂ ਇਮੋਸ਼ਨਸ ਡਿਸਕਵਰ ਕਰੇ। ਇਹ ਵੀ ਕਈ ਵਾਰ ਉਸਨੂੰ ਸੈਂਟਰੀਸਿਟੀ ਦੇ ਇੱਕ ਸਨਕ ਦੇ ਵੱਲ ਲੈ ਜਾਂਦੀਆਂ ਨੇ। ਰਾਦਰ ਉਹ ਕਹਿੰਦਾ ਕਿ ਪੋਇਟ ਦਾ ਕੰਮ ਹੁੰਦਾ ਕਿ ਉਹ ਜਿਹੜੀਆਂ ਆਰਡੀਨਰੀ ਫੀਲਿੰਗਸ ਨੇ ਉਹਨਾਂ ਵਿੱਚੋਂ ਕੁਝ ਨਿਊਨੈਸ ਲੱਭੇ, ਨਵੀਂ ਚੀਜ਼ ਲੱਭੇ। ਇਸ ਕਰਕੇ ਅੱਗੇ ਉਹ ਲਿਖਦਾ ਕਿ ਕਨਸੀਕੁਐਂਟਲੀ ਵੀ ਮਸਟ ਬਲੀਵ ਦੈਟ ਇਮੋਸ਼ਨਸ ਰਿਕਲੈਕਟਡ ਇਨ ਟ੍ਰੈਂਕੁਇਲਿਟੀ, ਜਿਹੜਾ ਕਿ ਵਿਲੀਅਮ ਵਰਡਸਵਰਥ ਪ੍ਰੀਫੇਸ ਟੂ ਲਿਰਿਕਲ ਬੈਲਡ ਵਿੱਚ ਕਹਿੰਦਾ ਇਜ਼ ਐਨ ਐਗਜ਼ੈਕਟ ਫਾਰਮੂਲਾ, for it is neither emotions nor recollection nor without distortion of meaning, tranquility. It is the concentration and a new thing resulting from the concentration. It is a concentration which does not happen consciously or of deliberation. ਤਾਂ ਇੱਥੇ ਉਹ ਫੋਕਸ ਕਰਦਾ ਹੈ ਕੰਸੈਂਟਰੇਸ਼ਨ ਤੇ ਕਿ ਪੋਇਟ ਦੀ ਜਿਹੜੀ ਕੰਸੈਂਟਰੇਸ਼ਨ ਹੈ ਉਹ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ। ਜਾਂ ਉਹ ਜਿਸ ਤਰ੍ਹਾਂ ਇੱਕ ਰੋਮਾਂਟਿਕ ਨੋਸ਼ਨ ਹੈ ਕਿ ਪੋਇਟਰੀ ਤਾਂ ਇੱਕ ਸਦੀਵੀ ਆਪਣੇ ਆਪ ਕੋਈ ਉਤਰਨ ਵਾਲੀ ਚੀਜ਼ ਹੈ, ਉਹ ਕਹਿੰਦਾ ਕਿ ਪੋਇਟਰੀ ਇਸ ਤਰ੍ਹਾਂ ਦੀ ਚੀਜ਼ ਨਹੀਂ, ਪੋਇਟਰੀ ਇੱਕ ਆਰਗੇਨਾਈਜੇਸ਼ਨ ਹੈ, ਰਾਦਰ ਜਿਹੜਾ ਇੱਕ ਕੰਸੈਂਟਰੇਸ਼ਨ ਨਾਲ ਇੱਕ ਜਿਹੜੀ ਚੀਜ਼ਾਂ ਦੇ ਨੂੰ ਪਾਸਟ ਪ੍ਰੈਜ਼ੈਂਟ ਨੂੰ ਇੰਟੈਲੀਜੈਂਟਲੀ ਸਮਝਣ ਦੇ ਨਾਲ ਪੈਦਾ ਹੁੰਦੀ ਹੈ। ਇੱਥੇ ਉਹ ਵਰਡਸਵਰਥ ਦੀ ਜਿਹੜੀ ਥਿਊਰੀ ਹੈ ਕਿ ਪੋਇਟਰੀ ਇਜ਼ ਦਾ ਸਪੋਂਟੇਨੀਅਸ ਓਵਰਫਲੋ ਆਫ ਪਾਵਰਫੁਲ ਫੀਲਿੰਗ, ਇਸ ਨੂੰ ਰਿਜੈਕਟ ਕਰਦਾ ਹੈ। ਅੱਗੇ ਉਹ ਲਿਖਦਾ ਹੈ ਕਿ ਪੋਇਟਰੀ ਇਜ਼ ਨਾਟ ਅ ਟਰਨਿੰਗ ਲੂਜ਼ ਆਫ ਇਮੋਸ਼ਨਸ,
but an escape from emotions. It is not the expression of personality, but an escape from personality. ਇੱਥੇ ਉਹ ਕੀ ਪੁਆਇੰਟ ਦੀ ਗੱਲ ਕਰਦਾ ਹੈ ਕਿ ਪੋਇਟਰੀ ਹੈ ਜਿਹੜੀ ਇਮੋਸ਼ਨਸ ਦਾ ਵੱਲ ਤੁਰਨਾ ਨਹੀਂ ਹੈ, ਰਾਦਰ ਇਮੋਸ਼ਨਸ ਤੋਂ ਬਚਣਾ ਹੈ। ਅੱਗੇ ਉਹ ਲਿਖਦਾ the emotion of art is impersonal and the poet cannot reach his impersonality without surrendering himself wholly to the work to be done। ਲੇਕਿਨ ਇੱਥੇ ਇੱਕ ਸਮਝਣ ਦੀ ਗੱਲ ਹੈ ਕਿ ਐਲੀਅਟ ਹੈ ਜਿਹੜਾ ਉਹ ਇਮੋਸ਼ਨ ਤੇ ਪਰਸਨੈਲਿਟੀ ਨੂੰ ਡਿਨਾਈ ਨਹੀਂ ਕਰ ਰਿਹਾ, ਰਾਦਰ ਉਹ ਕਹਿ ਰਿਹਾ ਕਿ ਜਿਹੜੀ ਇਹ ਕਵਿਤਾ ਦੇ ਵਿੱਚ ਜਿਹੜੀਆਂ ਇਮੋਸ਼ਨਸ ਨੇ ਔਰ ਪਰਸਨੈਲਿਟੀ ਹੈ ਇਹ ਡੀਪਰਸਨਲਾਈਜ਼ ਹੋਣੀ ਚਾਹੀਦੀ ਹੈ। ਪਰ ਇੱਥੇ ਉਹ ਕਾਫੀ ਮਿਲਦਾ ਜੁਲਦਾ ਹੈ ਜਿਹੜਾ ਜੌਨ ਕੀਟਸ ਜਿਹੜਾ ਨੈਗੇਟਿਵ ਕੈਪੇਬਿਲਿਟੀ ਦਾ ਸਿਧਾਂਤ ਦਿੰਦਾ ਹੈ कि poet has no character, poet has no identity, or he is certainly the most unpoetical of God's creature। कि जॉन कीट्स 1818 ਦੇ ਵਿੱਚ ਆਪਣੇ ਦੋਸਤ ਨੂੰ ਲਿਖੇ ਪੱਤਰ ਦੇ ਵਿੱਚ ਲਿਖਦਾ ਹੈ। ਤਾਂ ਇੱਥੇ ਇੱਕ ਕਿਸਮ ਨਾਲ ਜਿੱਥੇ ਉਹ ਜਿਹੜੇ ਰੋਮਾਂਟਿਕ ਕ੍ਰਿਟਿਕ ਨੇ ਵਿਲੀਅਮ ਵਰਡਸਵਰਥ ਔਰ ਐਸ.ਟੀ. ਕਾਲਰਿਜ ਉਹਨਾਂ ਦੇ ਨਾਲ ਡਿਬੇਟ ਕਰਦਾ ਜਾਂ ਉਹਨਾਂ ਦੇ ਅਗੇਂਸਟ ਖੜਦਾ ਹੈ, ਤਾਂ ਇੱਥੇ ਕਿਤੇ ਨਾ ਕਿਤੇ ਉਹ ਲੀਡਸ ਜਿਹੜੇ ਦੂਸਰੇ ਰੋਮਾਂਟਿਕਸ ਨੇ ਜਿਵੇਂ ਪੀ.ਵੀ. ਸ਼ੈਲੇ ਹੈ, ਜੌਨ ਕੀਟਸ ਹੈ, ਉਹਨਾਂ ਤੋਂ ਕੁਝ ਇਨਸਾਈਟਸ ਵੀ ਲੈ ਰਿਹਾ। ਤਾਂ ਇਸ ਕਿਸਮ ਨਾਲ ਅਸੀਂ ਇੱਕ ਕਿਸਮ ਨਾਲ ਜਿਹੜੀ ਉਸਦੀ ਥਿਊਰੀ ਹੈ ਇਸ ਐਸੇ ਦੇ ਵਿੱਚ ਉਹ ਇੱਕ ਪਾਸੇ ਤਾਂ ਰੋਮਾਂਟਿਕ ਆਈਡੀਆਜ਼ ਦੀ ਮੁਖਾਲਫਤ ਹੈ, ਦੂਸਰੇ ਪਾਸੇ ਉਸਦੀ ਐਕਸਟੈਂਸ਼ਨ ਵੀ ਹੈ। ਲੇਕਿਨ ਇਸ ਐਸੇ ਨੂੰ ਜਿਹੜਾ ਕਾਫੀ ਜਾ ਕੇ ਕ੍ਰਿਟਿਸਾਈਜ਼ ਵੀ ਕੀਤਾ ਗਿਆ, ਇਸ ਤੇ ਕਾਫੀ ਡਿਬੇਟ ਵੀ ਹੋਈ ਹੈ ਔਰ ਖਾਸ ਕਰ ਜਿਹੜੇ E.P. ਟੌਮਸਨ ਹੈ ਔਰ ਰੇਮੰਡ ਵਿਲੀਅਮਸ ਨੇ ਉਹ ਕਹਿੰਦੇ ਕਿ ਜਿਹੜਾ T.S. ਐਲੀਅਟ ਹੈ ਉਹ ਸਿਰਫ ਹਿਸਟਰੀ ਨੂੰ ਟ੍ਰੈਡੀਸ਼ਨ ਨੂੰ ਇੱਕ ਡੋਮੀਨੈਂਟ ਔਰ ਸਬ ਆਰਡੀਨੇਟ ਕਰੰਟ ਵਜੋਂ ਦੇਖਦਾ ਹੈ ਔਰ ਬਾਅਦ ਦੇ ਵਿੱਚ ਜਾ ਕੇ ਗ੍ਰੀਨਬਲੈਟ ਸਟੀਫਨ ਨੇ ਜਿਹੜੇ ਕਿ ਨਿਊ ਹਿਸਟੋਰੀਸਿਜ਼ਮ ਦੀ ਸ਼ੁਰੂਆਤ ਕਰਦੇ ਨੇ ਉਹ ਵੀ ਕਹਿੰਦੇ ਆ ਕਿ ਜਿਹੜਾ T.S. ਐਲੀਅਟ ਹਿਸਟਰੀ ਜਾਂ ਟ੍ਰੈਡੀਸ਼ਨ ਤੋਂ ਜੋ ਭਾਵ ਲੈਂਦਾ ਉਹ ਮੋਨੋਲਿਥਿਕ ਹੈ, ਉਹ ਸਿੰਗੂਲਰ ਹੈ ਔਰ ਉਹ ਇੱਕ ਇਲੀਟਿਸਟ ਜਿਹੜਾ ਆਈਡੀਆ ਹੈ ਟ੍ਰੈਡੀਸ਼ਨ ਦਾ। ਇੱਕ ਹੋਰ ਕ੍ਰਿਟਿਕ ਨੇ ਜਿਹੜੇ ਸੁਜ਼ਾਨ ਗੁਬਾਰ ਉਹ ਲਿਖਦੇ ਨੇ ਕਿ ਜਿਹੜਾ T.S. ਐਲੀਅਟ ਜੋ ਸਿਧਾਂਤ ਦਿੰਦਾ ਹੈ ਟ੍ਰੈਡੀਸ਼ਨ ਐਂਡ ਇੰਡੀਵਿਜੂਅਲ ਟੈਲੈਂਟ ਦੇ ਵਿੱਚ ਉਹ ਬੇਸਿਕਲੀ ਬੜਾ ਪੈਟਰਾਰਕਲ ਹੈ, ਬੜਾ ਪਿੱਤਰ ਸੱਤਾ ਵਾਲਾ ਉਸਦਾ ਐਟੀਟਿਊਡ ਹੈ ਔਰ ਉਹ ਜਿਹੜਾ ਫੈਮਿਨਿਜ਼ਮ ਦੇ ਅਗੇਂਸਟ ਨਿਕਲਦਾ ਹੈ। ਔਰ ਟੈਰੀ ਗਲਟਨ ਜਿਹੜਾ ਟ੍ਰੈਡੀਸ਼ਨ ਐਂਡ ਇੰਡੀਵਿਜੂਅਲ ਟੈਲੈਂਟ ਦੇ ਬਾਰੇ ਕਹਿੰਦਾ ਹੈ ਕਿ ਇਹ ਲਿਟਰੇਰੀ ਵਰਕ ਕੈਨ ਬੀ ਵੈਲਿਡ ਓਨਲੀ ਬਾਈ ਐਗਜ਼ਿਸਟਿੰਗ ਇਨ ਟ੍ਰੈਡੀਸ਼ਨ ਐਜ਼ ਏ ਕ੍ਰਿਸਚੀਅਨ ਕੈਨ ਬੀ ਸੇਵਡ only by living in God. This, like divine grace, is an inscrutable affair. The tradition, like the Almighty or some whimsical absolute monarch, sometimes withhold its favor from major literary reputation and bestows it some humble little text buried in the historical backward. The Terry Galton है वो T.S. ਐਲੀਅਟ ਦਾ ਵਿਰੋਧ ਕਰਦਾ ਹੈ ਕਿ ਇਸ ਨੂੰ ਜਿਹੜਾ ਇਸ ਐਸੇ ਨੂੰ ਦੇ ਵਿੱਚ ਸਿਧਾਂਤ ਦਿੱਤਾ ਗਿਆ ਉਹ ਮੋਨੋਲਿਥਿਕ ਜਾਂ ਇੱਕ ਖਾਸ ਕਿਸਮ ਦੀ ਟ੍ਰੈਡੀਸ਼ਨ ਦੀ ਗੱਲ ਕਰਦਾ ਹੈ, ਲੇਕਿਨ ਜਿਹੜੀਆਂ ਟ੍ਰੈਡੀਸ਼ਨ ਮਾਰਜਨ ਤੇ ਰਹਿ ਜਾਂਦੀਆਂ ਨੇ, ਜਿਹੜੀਆਂ ਹਿਸਟਰੀਜ਼ ਮਾਰਜਨ ਤੇ ਰਹਿ ਜਾਂਦੀਆਂ ਨੇ ਉਹਨਾਂ ਦੇ ਬਾਰੇ ਉਹ ਗੱਲ ਨਹੀਂ ਕਰਦਾ। ਥੈਂਕ ਯੂ ਵੈਰੀ ਮਚ।